तख्त श्री केसगढ़ साहब श्री आनंदपुर साहब विखे भी साडे नाल अज रागी सिंह साहबान ने इन्होंने सानू अज खास तौर पर इत्थे बुलाया कि उन्होंने एक शिकायत है जिस का निपटारा कमेटी के वलों चंगे तरीके नाल नहीं किया गया, जिस दे चलदियां इन्हां दे दिल दे उत्ते गल लगदी है तो अस्तीफा देने लई मजबूर होना पैंदा। मेरा नाम तेजवीर सिंह है जी। मैं इत्थों कोई 26 साल तकरीबन ड्यूटी की है, जिस 10 साल कच्चे ते 16 साल मैं पक्के तौर पर ड्यूटी की है जी। हैड ऑफिस तो है स्टाफ, लेडी स्टाफ सारे भाईचारा रागी सिंह साहबान बैठे, वो सामने जिल्लत का सामना करना पाया मैनू कि मेरा बाथरूम बिच निकल गया तो मैंने बहुत नमोशी हुई। कोसा पानी 2-3 गिलास पी के मैं आया सीगा ते 10 बजे के करीब मैं 10:15 बजे उठा तो उठ के मैं क्या तलाशी इंस्पैक्टर ने कि मैं बाथरूम जाना है। थोड़े चिर बाद मैंने बाथरूम की दबाव पैन लग पाया, ज़्यादा दबाव पैन मैं खड़ा हो गया तो मेरा बाथरूम निकलने लग पाया तो इंस्पैक्टर साहब बोलन लगे हुण की हो गया, दोबारा खड़ा हो गया। मैं कहा जी मेरा बाथरूम हो गया, मैं क्या हुण की होना सी। मैं छुट्टी पर मैं मोटरसाइकिल पोता मेरा मूहरे बैठा है, मैं थोड़ा फोन कड्ढन लगा, मैं गिर जाना मोटरसाइकिल तो। मैनूं थोड़े पता तुसीं मोटरसाइकिल ते तुसीं नहीं चकदे फोन, रुक के चक लेंदे जी। यार मैनूं तो मेरे तू गले समझ आ गल तो मैं समझ गया तुहाडी, पर तुसीं मेरा मतलब ये है चलदे चलदे जरूर चकना सी फोन, तुसीं रुक के चक लेंदे। जाने करना जरूर है, करना तो मैं पक्ष लेना सी जी तुहाडा। यार मैं नहीं पक्ष लेना तेनों कोई भी छड्ड परे तो। ਅਸੀਂ ਕੀਰਤਨ ਦੇ ਪ੍ਰਬੰਧ ਹੈ ਡਿਊਟੀ ਦੇ, ਨਾ ਕਿ ਅਸੀਂ ਗੋਲਕਾਂ ਦੇ ਅਸੀਂ ਪ੍ਰਬੰਧ ਦੀ ਸਹਾਇਤਾ ਕਰਦੇ ਹਾਂ। ਅਸੀਂ ਪ੍ਰਬੰਧ ਸਹਾਇਤਾ ਕਰਨਾ ਕੋਈ ਗੁਲਾਮੀ ਨਹੀਂ ਹੈਗੀ ਵੀ ਸਾਨੂੰ ਪਾਣੀ ਤੇ ਬਾਥਰੂਮ ਤੋਂ ਰੋਕਿਆ ਜਾਵੇ। ਉਹ ਤਾਂ ਇਹ ਵੀ ਤਰਕ ਦੇ ਸਕਦੇ ਆ ਕਿ ਫਿਰ ਤੁਸੀਂ ਤਖਤ ਸਾਹਿਬ ਡਿਊਟੀ ਵੀ ਕਰਦੇ ਹੋ ਕੀਰਤਨ ਦੀ, ਇਹ ਤਾਂ ਤੁਹਾਡੇ ਨਾਲ ਉੱਥੇ ਵੀ ਵਾਪਰ ਸਕਦਾ ਫਿਰ ਅਜਿਹਾ ਉੱਥੇ ਕਦੀ ਇਦਾਂ ਹੋਇਆ ਜਾਂ ਉੱਥੇ ਕਿਉਂ ਨਾ ਵਾਪਰੇ ਫਿਰ ਇਦਾਂ ਦਾ, ਤੁਸੀਂ ਉੱਥੇ ਕੀ ਤਿਆਰੀ ਕਰਕੇ ਜਾਂਦੇ ਹੋ? ਵੱਡੇ ਮੈਨੇਜਰ ਸਾਹਿਬ ਤੇ ਛੋਟੇ ਮੈਨੇਜਰ ਸਾਰੇ ਉੱਥੇ ਸਾਰਾ ਅਮਲਾ ਹੁੰਦਾ ਜੀ, ਵੱਡਾ ਉੱਪਰੋਂ ਸਾਰਾ ਆਇਆ ਉੱਥੇ ਹੀ ਸੀਗੇ ਸਾਰਾ, ਉੱਥੇ ਉਹਨਾਂ ਅੱਖੀ ਡਿੱਠੀ ਸਾਰਾ ਹਾਲ ਦੇਖਿਆ ਮੇਰਾ ਘਟਨਾ ਦਾ। ਇੱਕ ਮੈਨੂੰ ਕਾਗਜ਼ ਅੱਗੇ ਲਿਖਣ ਵਾਸਤੇ ਕਿਹਾ, ਮੈਂ ਲਿਖਿਆ ਨਹੀਂ ਕਾਗਜ਼, ਮੈਂ ਕਿਹਾ ਮੇਰੇ ਹੱਥ ਦੀ ਪ੍ਰੋਬਲਮ ਹੈਗੀ ਵੀ AC ਵੀ ਚੱਲਦਾ ਮੈਂ ਨਹੀਂ ਕਰ ਰਹੇ। ਫਿਰ ਉਹਨਾਂ ਨੇ ਰਿਕਾਰਡ ਕੀਪਰ ਤੋਂ ਲਿਖਵਾਈ ਸ਼ਬਦਾਵਲੀ। ਕੀ ਲਿਖਵਾਇਆ ਜੀ? ਤੇ ਮੈਨੂੰ ਬਿਮਾਰ ਸਾਬਤ ਕਰਨ ਦੇ ਇਹਦਾ ਮਤਲਬ ਦੋ ਕਾਰਨ ਗੋਲ ਗਿਣਤੀ ਤੇ ਲਿਖੇ ਵੀ, ਇੱਕ ਸ਼ੂਗਰ ਹੈ ਕਿ ਨਰਵਸ ਸਿਸਟਮ ਵੀਕ ਹੈ। ਮੈਂ ਕਿਹਾ ਮੇਰਾ ਕਾਗਜ਼ ਦਿਓ। ਇਹ ਕੋਈ ਸਮੱਸਿਆ ਤੁਹਾਨੂੰ ਹੈਗੀ ਹੈ ਸਿੰਘ ਸਾਹਿਬ? ਇੰਨੀਆਂ ਤੁਕਾਂ ਪੜ੍ਹਨੀਆਂ, ਇੰਨੀ ਬਰੀਕੀ ਸੰਗੀਤ ਦੀ ਸਮਝਣੀ, ਨਰਵਸ ਸਿਸਟਮ ਫੇਲ ਹੋਣ ਯਾਨੀ ਕਿ ਵੀਕ ਹੋਣ ਦਾ ਮਤਲਬ ਕੀਰਤਨ ਕਰ ਹੀ ਨਹੀਂ ਸਕਦਾ ਬੰਦਾ। ਇਹਨਾਂ ਨੇ ਮੈਨੂੰ ਕਿਹਾ ਵੀ ਉਹ ਲਿਖ, ਫਿਰ ਇਹਨਾਂ ਨੇ ਮੈਨੇਜਰ ਸਾਹਿਬ ਨੇ ਖੁਦ ਬੁਲਵਾ ਕੇ ਰਿਕਾਰਡ ਕੀਪਰ ਤੇ ਉਹ ਲਿਖਵਾਇਆ ਗਿਆ, ਮੇਰੇ ਥੱਲੇ ਸਾਈਨ ਕਰਾਏ ਗਏ, ਮੇਰੀ ਤਰੀਕ ਥੱਲੇ ਪਾਈ ਹੈ। ਤੇ ਇਹ ਤਾਂ ਬਾਅਦ 'ਚ ਮੈਨੂੰ ਪਤਾ ਲੱਗਿਆ ਜਿਸਲੇ ਮੁੱਕਰਨ ਲੱਗ ਪਏ ਵੀ ਅਸੀਂ ਤੇਰੀ ਤਖਤ ਸਾਹਿਬ ਡਿਊਟੀ ਨਹੀਂ ਲਾਣੀ ਜਾਂ ਸਿੰਘ ਸਾਹਿਬ ਮੁੱਕਰ, ਫਿਰ ਮੈਨੂੰ ਸਾਰਾ ਸਮੇਂ ਵੀ ਇਹ ਮੈਨੂੰ ਬਿਮਾਰ ਸਾਬਤ ਕਰਨਾ ਚਾਹੁੰਦੇ ਆ। ਮੈਂ ਨਹੀਂ ਲਿਖੀ, ਇਹਨਾਂ ਨੇ ਲਿਖੀ, ਮੈਨੂੰ ਵਿਸ਼ਵਾਸ ਦੇ ਤੌਰ ਤੇ ਦਬਾਅ ਦੇ ਤੌਰ ਤੇ ਲਿਖਵਾਈ ਗਈ, ਕਿਉਂਕਿ ਮੈਂ ਵੱਡਾ ਮੈਨੇਜਰ ਹੈਗਾ ਵੀ ਮੈਂ ਲਿਖਦੇ ਮੈਂ ਕਿਤੇ ਕੋਈ ਕਾਰਵਾਈ ਨਹੀਂ ਕਰਦਾ। ਇਹਨਾਂ ਨੇ ਮੈਨੂੰ ਖੁਦ ਕਿਹਾ ਮੈਂ ਤਖਤ ਸਾਹਿਬ ਦੇ ਗੜੇ ਖੜਾ, ਗੁਰੂ ਦਾ ਦੇਣਦਾਰ ਹੋਊਗਾ ਜੇ ਮੈਂ ਇਹਨਾਂ ਗੱਲਾਂ ਝੂਠ ਬੋਲਾਂਗਾ। ਉੱਥੇ ਅਵਤਾਰ ਸਿੰਘ ਦਾ ਨਾਮ ਨਹੀਂ ਲਿਆ ਗਿਆ, ਇਹਨਾਂ ਨੇ ਜਾ ਕੇ ਦੋਸ਼ੀ ਜੋ ਜ਼ਿਆਦਾ ਹੈਗਾ ਬੋਲਿਆ ਉਹ ਹੈ। ਅਵਤਾਰ ਸਿੰਘ ਕੌਣ? ਤੇ ਸਿੰਘ ਸਾਹਿਬ ਜੀ ਨੇ ਵੀ ਉਹੀ ਗੱਲਾਂ ਕਰਕੇ ਅਵਤਾਰ ਸਿੰਘ ਦਾ ਨਾਮ ਨਹੀਂ ਲਿਆ। ਤੇ ਫਿਰ ਬਾਅਦ 'ਚ ਐਂਡ ਅਖੀਰ 'ਚ ਕਹਿੰਦੇ ਵੀ ਤੂੰ, ਮੈਂ ਕਿਹਾ ਵੀ ਕਾਗਜ਼ ਮੇਰਾ ਵਾਪਸ ਕਰੋ ਜੀ, ਉਹਨਾਂ ਕੋਲ ਗਲਤ ਆਧਾਰ 'ਤੇ ਪਿਆ ਮੇਰੇ ਜ਼ਰੂਰ। ਸਿੰਘ ਸਾਹਿਬ ਕਹਿੰਦੇ ਤੂੰ ਸੁੱਤਾ ਪਿਆ ਸੀ ਉਦੋਂ ਜਦੋਂ ਸਾਈਨ ਕੀਤੇ ਸੀ। ਤੁਹਾਨੂੰ ਇਤਰਾਜ਼ ਕੀ ਸੀ? ਤੁਸੀਂ ਬਣਾ ਕੇ ਤਾਂ ਦੇ ਸਕਦੇ ਸੀ ਤੰਦਰੁਸਤੀ ਦਾ, ਜੇ ਉਹਦੇ ਨਾਲ ਗੱਲ ਨਿਬੜਦੀ ਸੀ। ਤੁਸੀਂ ਤਾਂ ਆਪਣਾ ਪੱਖ ਹੀ ਰੱਖਣਾ ਸੀ ਜੀ, ਤੁਸੀਂ ਬਣਾ ਕੇ ਕਿਉਂ ਨਹੀਂ ਦਿੱਤਾ? ਮੈਂ ਸੋਚਦਾ ਸੀ ਵੀ ਇੱਥੇ ਮੈਨੇਜਮੈਂਟ ਤੇ ਸਿੰਘ ਸਾਹਿਬ ਜੀ ਆਪਣੀ ਗੱਲ ਨਿਬੇੜ ਸਕਦੇ ਨੇ ਇੱਥੇ, ਪਰ ਮੈਨੂੰ ਲੱਗਿਆ ਵੀ ਗੱਲ ਨਿਬੇੜਦੇ ਨਹੀਂ ਪਏ, ਗੱਲ ਹੋਰ ਪਾਸੇ ਲੈ ਕੇ ਜਾ ਰਹੇ। ਹਜੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਲੱਗਿਆ ਹੈ। 6 ਸ਼ਬਦ ਦਾ ਬਹੁਤ ਮੁੱਲ ਹੈ, ਪਰ SGPC ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਇਸ 6 ਸ਼ਬਦਾਂ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ, ਸਾਡੇ ਸਵੈਮਾਨ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ। ਤੇ ਹੁਣ ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਰਾਗੀ ਸਿੰਘ ਬਣਨ। ਇੱਥੇ ਇੰਨੇ ਰਾਗੀ ਸਿੰਘ ਹੈ ਕਿ 10-11 26 ਸਾਲ ਤੋਂ 11 ਸਾਢੇ 11 ਹਜ਼ਾਰ ਤਨਖਾਹ ਹੈ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖੜ੍ਹੇ ਹਾਂ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਚੱਲਦਾ ਹੈ, ਜਾਂ ਕਹਿ ਲਈਏ ਕਿ ਸਾਂਭ ਸੰਭਾਲ ਜਿਹੜੇ ਗੁਰੂ ਧਾਮਾਂ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਆਉਂਦੀ ਆ, ਉਸ ਦੇ ਅਧੀਨ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਵੀ ਸਾਂਭ ਸੰਭਾਲ ਕੀਤੀ ਜਾਂਦੀ ਹੈ, ਸਾਰੇ ਪ੍ਰਬੰਧ ਚਲਾਏ ਜਾਂਦੇ ਆ। ਤੇ ਜਦੋਂ ਪ੍ਰਬੰਧਾਂ ਦੇ ਵਿੱਚ ਬਹੁਤ ਸਾਰੇ ਕੰਮਕਾਜ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਕੋਈ ਖਾਮੀਆਂ ਵੀ ਹੁੰਦੀਆਂ ਜਾਂ ਕਿਸੇ ਦੀਆਂ ਕੋਈ ਸ਼ਿਕਾਇਤਾਂ ਵੀ ਹੁੰਦੀਆਂ, ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ। ਐਡੇ ਵੱਡੇ ਪ੍ਰਬੰਧ ਨੂੰ ਚਲਾਉਣਾ ਹੁੰਦਾ ਜਿਹੜੀਆਂ ਕਿ ਸ਼੍ਰੋਮਣੀ ਕਮੇਟੀ ਨੂੰ ਹੀ ਨਿਪਟਾਉਣੀਆਂ ਪੈਂਦੀਆਂ, ਉਹਨਾਂ ਦਾ ਨਿਪਟਾਰਾ ਸ਼੍ਰੋਮਣੀ ਕਮੇਟੀ ਨੂੰ ਹੀ ਕਰਨਾ ਪੈਂਦਾ। ਪਰ ਬੀਤੇ ਕੁਝ ਸਮੇਂ ਤੋਂ ਜੇਕਰ ਅਸੀਂ ਦੇਖੀਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕਰੀਏ ਜਾਂ ਤਖਤ ਸ੍ਰੀ
ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੱਲ ਕਰੀਏ, ਉੱਥੋਂ ਵੀ ਬਹੁਤ ਸਾਰੀਆਂ ਗੱਲਾਂ ਬੀਤੇ ਸਮੇਂ ਦੌਰਾਨ ਨਿਕਲ ਕੇ ਆਈਆਂ, ਜਿਨ੍ਹਾਂ ਦੇ ਵਿੱਚ ਕੁਝ ਗ੍ਰੰਥੀ ਸਿੰਘ ਵੀ ਦੋਸ਼ ਲਗਾਉਂਦੇ ਨੇ ਕਿ ਉਹਨਾਂ ਦੇ ਨਾਲ ਸਹੀ ਵਤੀਰਾ ਨਹੀਂ ਹੁੰਦਾ, ਕੁਝ ਰਾਗੀ ਸਿੰਘਾਂ ਵੱਲੋਂ ਵੀ ਅਜਿਹੀਆਂ ਗੱਲਾਂ ਆਉਂਦੀਆਂ। ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਸਾਡੇ ਨਾਲ ਅੱਜ ਰਾਗੀ ਸਿੰਘ ਸਾਹਿਬਾਨ ਨੇ। ਇਹਨਾਂ ਨੇ ਸਾਨੂੰ ਅੱਜ ਖਾਸ ਤੌਰ ਤੇ ਇੱਥੇ ਬੁਲਾਇਆ ਕਿ ਉਹਨਾਂ ਦੀ ਇੱਕ ਸ਼ਿਕਾਇਤ ਹੈ ਜਿਸ ਦਾ ਨਿਪਟਾਰਾ ਕਮੇਟੀ ਦੇ ਵੱਲੋਂ ਚੰਗੇ ਤਰੀਕੇ ਨਾਲ ਨਹੀਂ ਕੀਤਾ ਗਿਆ, ਜਿਸ ਦੇ ਚੱਲਦਿਆਂ ਇਹਨਾਂ ਦੇ ਦਿਲ ਦੇ ਉੱਤੇ ਗੱਲ ਲੱਗਦੀ ਹੈ ਤੇ ਅਸਤੀਫਾ ਦੇਣ ਲਈ ਮਜਬੂਰ ਹੋਣਾ ਪੈਂਦਾ। ਸਾਰੀ ਗੱਲਬਾਤ ਕੀ ਆ, ਗੱਲਬਾਤ ਕਰਦੇ ਆ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਸਿੰਘ ਸਾਹਿਬ ਆਪਣਾ, ਤੇ ਕਦੋਂ ਤੋਂ ਤੁਸੀਂ ਇੱਥੇ ਡਿਊਟੀ ਕਰ ਰਹੇ ਸੀ? ਮੇਰਾ ਨਾਮ ਤੇਜਵੀਰ ਸਿੰਘ ਹੈ ਜੀ। ਮੈਂ ਇੱਥੋਂ ਕੋਈ 26 ਸਾਲ ਤਕਰੀਬਨ ਡਿਊਟੀ ਕੀਤੀ ਹੈ, ਜਿਸ 'ਚ 10 ਸਾਲ ਕੱਚੇ ਤੇ 16 ਸਾਲ ਮੈਂ ਪੱਕੇ ਤੌਰ ਤੇ ਡਿਊਟੀ ਕੀਤੀ ਹੈ ਜੀ। ਤੇ ਕਾਹਦੀ ਡਿਊਟੀ ਕਰ ਰਹੇ ਸੀ ਤੁਸੀਂ ਇੱਥੇ? ਮੈਂ ਇੱਥੇ ਰਾਗੀ ਸਿੰਘ ਦੀ ਡਿਊਟੀ ਕਰ ਰਿਹਾ ਜੀ, ਕੀਰਤਨ ਦੀ ਸੇਵਾ ਕਰ ਰਿਹਾ ਜੀ ਇੱਥੇ। ਤੇ ਕੀ ਸਾਰੀ ਗੱਲਬਾਤ ਹੁੰਦੀ ਹੈ ਜਿਹਦੇ ਕਰਕੇ ਅੱਜ ਤੁਸੀਂ ਸਾਨੂੰ ਇੱਥੇ ਬੁਲਾ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਅਸਤੀਫਾ ਦੇਣਾ ਪਿਆ? ਇਹ ਜੀ ਘਟਨਾਕ੍ਰਮ ਹੈਗਾ 19 ਅਗਸਤ ਦਾ ਜੀ। ਇੱਥੇ ਮਹੀਨੇ ਵਿੱਚ 2 ਗੋਲਕਾਂ ਗਿਣਤੀ ਹੁੰਦੀ ਹੈ, ਜਿਹਦੇ ਵਿੱਚ 19 ਦੀ ਗੋਲਕ ਗਿਣਤੀ ਦੌਰਾਨ ਮੈਨੂੰ ਸਾਰੇ ਸਟਾਫ, ਸਮੂਹ ਸਟਾਫ, ਜਿਹੜਾ ਬਾਹਰੋਂ ਆਇਆ ਸਟਾਫ, ਹੈੱਡ ਆਫਿਸ ਤੋਂ ਆਇਆ ਸਟਾਫ, ਲੇਡੀ ਸਟਾਫ, ਸਾਡੇ ਸਾਰੇ ਭਾਈਚਾਰਾ ਰਾਗੀ ਸਿੰਘ ਸਾਹਿਬਾਨ ਬੈਠੇ, ਉਹਦੇ ਸਾਹਮਣੇ ਜਿੱਲਤ ਦਾ ਸਾਹਮਣਾ ਕਰਨਾ ਪਿਆ ਮੈਨੂੰ ਕਿ ਮੇਰਾ ਬਾਥਰੂਮ ਵਿੱਚ ਨਿਕਲ ਗਿਆ ਤੇ ਮੈਨੂੰ ਬਹੁਤ ਨਮੋਸ਼ੀ ਹੋਈ ਤੇ ਇਹਨਾਂ ਨੇ ਗਲਤ ਸ਼ਬਦਾਵਲੀ ਉੱਤੋਂ ਬੋਲੀ, ਛੋਟੇ ਮੇਰੇ ਜਿਹੜਾ ਅਵਤਾਰ ਸਿੰਘ ਨੇ, ਤੇ ਉਸ ਦਾ ਤੇ ਮੇਰੇ ਆਪਣੇ ਤਲਾਸ਼ੀ ਇੰਸਪੈਕਟਰ ਦਾ, ਦੋਨਾਂ ਦਾ ਮੈਨੂੰ ਰੋਸ ਹੈ ਵੀ ਉਹਨਾਂ ਨੇ ਮੇਰੇ ਤੋਂ ਮਾਫੀ ਨਾ ਮੰਗਣ ਕਰਕੇ ਇਹ ਘਟਨਾ ਨੂੰ ਹੋਰ ਪਾਸੇ ਲਿਜਾ ਕੇ ਮੇਰਾ ਸੰਗਤ ਅੱਗੇ ਪੱਖ ਜਿਹੜਾ ਗਲਤ ਰੱਖਿਆ ਗਿਆ। ਕਿਉਂ ਇਦਾਂ ਕਿਉਂ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ? ਇਹ ਤੁਹਾਨੂੰ ਕੋਈ ਸਰੀਰਕ ਕਮਜ਼ੋਰੀ ਸੀ ਕਿ ਜਿਹਦੇ ਕਰਕੇ ਇਦਾਂ ਹੁੰਦਾ ਹੈ? ਕਿ ਕਾਰਨ ਕੀ ਬਣਦਾ ਕਿ ਇਸ ਤਰ੍ਹਾਂ ਦਾ ਕੰਮ ਹੁੰਦਾ ਜਦੋਂ ਤੁਸੀਂ ਗੋਲਕ ਗਿਣਤੀ ਕਰ ਰਹੇ ਹੁੰਦੇ? ਜੀ ਮੇਰਾ ਉਦਣ ਮੈਂ ਪਾਣੀ ਪੀਂਦਾ ਜੀ, ਮੇਰਾ ਸਵੇਰੇ ਰੂਟੀਨ ਹੈ ਜੀ, 2-3 ਗਲਾਸ ਸਵੇਰੇ ਉੱਠ ਕੇ ਪਾਣੀ। ਅਕਸਰ ਲੋਕ ਪੀਂਦੇ ਆ ਸਵੇਰੇ ਉੱਠ ਕੇ ਪਾਣੀ ਪੀਣਾ। ਹਾਂਜੀ, ਕੋਸਾ ਪਾਣੀ 2-3 ਗਲਾਸ ਪੀ ਕੇ ਮੈਂ ਆਇਆ ਸੀਗਾ ਤੇ 10 ਵਜੇ ਦੇ ਕਰੀਬ ਮੈਂ 10:15 ਵਜੇ ਉੱਠਿਆ ਤੇ ਉੱਠ ਕੇ ਮੈਂ ਕਿਹਾ ਤਲਾਸ਼ੀ ਇੰਸਪੈਕਟਰ ਨੂੰ ਕਿ ਮੈਂ ਬਾਥਰੂਮ ਜਾਣਾ ਹੈ। ਕਹਿੰਦਾ ਹੁਣੇ, ਕਹਿੰਦਾ 10:15 ਵਜੇ ਸਾਡੇ ਛੋਟੇ ਮੇਰੇ ਜਿਹੜੇ ਅਵਤਾਰ ਸਿੰਘ ਬੋਲਣਗੇ ਨਾਲ ਹੀ ਬੈਠੇ ਸੀਗੇ, ਕਹਿੰਦੇ ਵੀ 10:15 ਹੋਇਆ ਜੀ, ਤੂੰ ਹੁਣੀ ਆ ਗਿਆ। ਤੇ ਮੈਂ ਕਿਹਾ ਜੀ ਮੈਂ ਪਾਣੀ ਸਵੇਰ ਦਾ ਪੀਤਾ ਹੋਇਆ ਤੇ ਮੈਂ ਥੋੜ੍ਹੀ ਜਿਹੀ ਸ਼ੂਗਰ ਦੀ ਪ੍ਰੋਬਲਮ ਵੀ ਹੈ, ਇਸ ਕਰਕੇ ਮੈਨੂੰ ਜਾਣ ਦਿਓ, ਬਾਥਰੂਮ ਜਾਣ ਦਿਓ। ਕਹਿੰਦੇ ਸ਼ੂਗਰ ਦੇ ਸਾਰੇ ਮਰੀਜ਼ ਆ, ਤੂੰ ਸਾਰੇ ਪਾਣੀ ਪੀ ਕੇ ਆਉਂਦਾ, ਉੱਦਾਂ ਤੂੰ ਇੱਦਾਂ ਬੋਲਣ ਲੱਗ ਪਿਆ। ਫਿਰ ਮੇਰੇ ਮਨ 'ਚ ਠੋਸ ਪਹੁੰਚੀ, ਮੈਂ ਆਪਣੀ ਜਗ੍ਹਾ 'ਤੇ ਜਾ ਕੇ ਦੁਬਾਰਾ ਬੈਠ ਗਿਆ, ਕਿਉਂਕਿ ਇਹ ਪਹਿਲੇ ਵੀ ਇੱਦਾਂ ਹੁੰਦਾ ਇਹਨਾਂ ਗੱਲਾਂ। ਹੁਣ ਕਰਕੇ ਮੈਂ ਆਪਣਾ ਰੋਸ ਵਜੋਂ ਉੱਥੇ ਆਪਣੇ ਬੈਠ ਗਿਆ ਤੇ ਥੋੜ੍ਹੇ ਚਿਰ ਬਾਅਦ ਮੈਨੂੰ ਬਾਥਰੂਮ ਦੀ ਦਬਾਅ ਪੈਣ ਲੱਗ ਪਿਆ, ਜ਼ਿਆਦਾ ਦਬਾਅ ਪੈਣ, ਮੈਂ ਖੜਾ ਹੋ ਗਿਆ ਤੇ ਮੇਰਾ ਬਾਥਰੂਮ ਨਿਕਲਣ ਲੱਗ ਪਿਆ ਤੇ ਇੰਸਪੈਕਟਰ ਸਾਹਿਬ ਬੋਲਣਗੇ ਹੁਣ ਕੀ ਹੋ ਗਿਆ, ਦੁਬਾਰਾ ਖੜਾ ਹੋ ਗਿਆ। ਮੈਂ ਕਿਹਾ ਜੀ ਮੇਰਾ ਬਾਥਰੂਮ ਹੋ ਗਿਆ, ਮੈਂ ਕਿਹਾ ਹੁਣ ਕੀ ਹੋਣਾ ਸੀਗਾ? ਮੈਂ ਕਿਹਾ ਸਾਰੇ ਸਾਹਮਣੇ ਮੈਂ ਬੋਲਿਆ ਮੈਂ ਜੰਗਲ ਰਾਜ ਹੈ ਵੀ ਇਹ ਗੁਲਾਮੀ ਦਾ ਸੰਕੇਤ ਹੈ। ਮੈਂ ਕਿਹਾ ਵੀ ਇੱਥੇ ਸਾਨੂੰ ਅਸੀਂ ਕੀਰਤਨ ਦੇ ਪ੍ਰਬੰਧ ਹੈ ਡਿਊਟੀ ਦੇ, ਨਾ ਕਿ ਅਸੀਂ ਗੋਲਕਾਂ ਦੇ ਅਸੀਂ ਪ੍ਰਬੰਧ ਦੀ ਸਹਾਇਤਾ ਕਰਦੇ ਹਾਂ। ਅਸੀਂ ਪ੍ਰਬੰਧ ਸਹਾਇਤਾ ਕਰਨਾ ਕੋਈ ਗੁਲਾਮੀ ਨਹੀਂ ਹੈਗੀ ਵੀ ਸਾਨੂੰ ਪਾਣੀ ਤੇ ਬਾਥਰੂਮ ਤੋਂ ਰੋਕਿਆ ਜਾਵੇ। ਪ੍ਰਬੰਧ ਦੀ ਸਹਾਇਤਾ ਜਿਹੜੀ ਅਕਸਰ ਸਾਰੇ ਸਟਾਫ ਤੋਂ ਕਰਵਾਈ ਜਾਂਦੀ, ਇਹਦੇ ਲਈ ਕੋਈ ਖਾਸ ਤੌਰ ਤੇ ਸਟਾਫ ਨਿਯੁਕਤ ਨਹੀਂ ਕੀਤਾ ਜਾਂਦਾ? ਜਿਹੜੀ ਇਸ ਤਰ੍ਹਾਂ ਦੀ ਕੰਮ ਕੀਤੇ ਜਾਂਦੇ ਗੋਲਕਾਂ ਦੇ ਵਿੱਚ ਮਾਇਆ ਦੀ ਗਿਣਤੀ ਕਰਨੀ ਜਾਂ ਹੋਰ, ਇਹ ਸਾਰੇ ਰਾਗੀ ਸਾਹਿਬਾਨਾਂ ਨੂੰ ਵੀ ਇਹਦੇ ਵਿੱਚ ਆਉਣਾ ਪੈਂਦਾ? ਹਰ ਥਾਂ ਇਸ ਤਰ੍ਹਾਂ ਦੀ ਪ੍ਰਬੰਧ ਹੈ? ਨਹੀਂ ਜੀ, ਦਰਬਾਰ ਸਾਹਿਬ ਨਹੀਂ ਹੈਗਾ ਇਸ ਪ੍ਰਬੰਧ, ਉੱਥੇ ਵੱਖਰਾ ਅਮਲਾ ਹੈਗਾ, ਵੱਖਰਾ ਵਿਭਾਗ ਹੈਗਾ ਇਹਦੇ ਗੋਲਕ ਗਿਣਤੀ ਦਾ। ਤੇ ਸਾਡੇ ਇੱਥੇ ਸਾਰਿਆਂ ਨੂੰ ਆਉਣਾ ਪੈਂਦਾ, ਵਿੱਚ ਜਿਹੜੇ ਡਿਊਟੀ ਤੇ ਹਾਜ਼ਰ ਹੁੰਦੇ ਉਹਨਾਂ ਨੂੰ ਨਹੀਂ ਬੁਲਾਉਂਦੇ, ਬਾਕੀ ਸਾਰਿਆਂ ਨੂੰ ਬੁਲਾ ਲੈਂਦੇ ਹਨ ਜਾਂ ਕੋਈ ਹੋਰ ਕਾਰਨ ਕਰਕੇ ਛੋੜ ਦਿੱਤੀ ਜਾਂਦੀ ਹੈ। ਤੇ ਤੁਸੀਂ ਅਕਸਰ ਤੁਸੀਂ ਇਹ ਗੱਲ ਕੀਤੀ ਕਿ ਤੁਸੀਂ ਪਾਣੀ ਪੀਤਾ ਸੀ ਤੇ ਤੁਸੀਂ ਇੱਥੇ ਆਉਂਦੇ ਹੋ, ਤੁਹਾਨੂੰ ਜਾਣ ਨਹੀਂ ਦਿੱਤਾ ਜਾਂਦਾ ਪਿਸ਼ਾਬ ਕਰਨ ਦੇ ਲਈ, ਜਿਸ ਦੇ ਚੱਲਦੇ ਤੁਹਾਡੇ ਨਾਲ ਇਹ ਸਾਰਾ ਕੁਝ ਵਾਪਰਦਾ। ਤੇ ਫਿਰ ਉਹ ਤਾਂ ਇਹ ਵੀ ਤਰਕ ਦੇ ਸਕਦੇ ਆ ਕਿ ਫਿਰ ਤੁਸੀਂ ਤਖਤ ਸਾਹਿਬ ਡਿਊਟੀ ਵੀ ਕਰਦੇ ਹੋ ਕੀਰਤਨ ਦੀ, ਇਹ ਤਾਂ ਤੁਹਾਡੇ ਨਾਲ ਉੱਥੇ ਵੀ ਵਾਪਰ ਸਕਦਾ। ਫਿਰ ਅਜਿਹਾ ਉੱਥੇ ਕਦੀ ਇਦਾਂ ਹੋਇਆ ਜਾਂ ਉੱਥੇ ਕਿਉਂ ਨਾ ਵਾਪਰੇ? ਫਿਰ ਇਦਾਂ ਦਾ ਤੁਸੀਂ ਉੱਥੇ ਕੀ ਤਿਆਰੀ ਕਰਕੇ ਜਾਂਦੇ ਹੋ ਵੀ ਫਿਰ ਇਹ ਤਾਂ ਉਹਨਾਂ ਦਾ ਵੀ ਤਰਕ ਹੋ ਸਕਦਾ। ਹਾਂਜੀ, ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਜਦੋਂ ਡਿਊਟੀ ਮੇਰੀ ਆਸਾ ਕੀ ਵਾਰ ਹੁੰਦੀ ਜਾਂ ਪਹਿਲੀ 9 ਵਜੇ ਵਾਲੀ ਡਿਊਟੀ ਹੁੰਦੀ, ਮੈਂ ਪਾਣੀ ਪੀ ਕੇ ਨਹੀਂ ਜਾਂਦਾ, ਪਾਣੀ ਫਿਰ ਮੈਂ ਬਾਅਦ 'ਚ ਪੀਂਦਾ। ਤੇ ਬਾਕੀ ਕਦੇ ਮੈਂ 26 ਸਾਲ ਹੋ ਗਏ ਡਿਊਟੀ ਨੂੰ ਕਰਦੇ, ਇੱਦਾਂ ਦੀ ਕੋਈ ਘਟਨਾ ਅੱਜ ਤੱਕ ਵਾਪਰੀ ਨਹੀਂ। ਮੈਨੂੰ 10 ਸਾਲ ਹੋ ਗਏ ਸ਼ੂਗਰ ਮੇਰੀ ਕੰਟਰੋਲ 'ਚ ਹੈ ਤੇ ਮੈਨੂੰ ਅੱਜ ਤੱਕ ਕੋਈ ਇੱਦਾਂ ਦੀ ਘਟਨਾ ਮੇਰੇ ਨਾਲ ਨਹੀਂ ਵਾਪਰੀ ਤਖਤ ਸਾਹਿਬ ਦੇ ਦੌਰਾਨ ਜਾਂ ਡਿਊਟੀ ਦੇ ਦੌਰਾਨ ਇੱਦਾਂ ਦੀ ਕੋਈ ਘਟਨਾ। ਤੇ ਤੁਸੀਂ ਜਦੋਂ ਘਰੋਂ ਆਉਂਦੇ ਆ ਫਿਰ ਤੁਹਾਨੂੰ ਪਤਾ ਨਹੀਂ ਸੀ ਕਿ ਇੱਥੇ ਇਸ ਤਰ੍ਹਾਂ ਦੀ ਸੇਵਾ ਵਿੱਚ ਤੁਹਾਨੂੰ ਲਗਾਇਆ ਜਾਣਾ ਹੈ ਜਾਂ ਇਹ ਸੇਵਾ ਤੁਹਾਡੀ ਲੱਗੀ ਹੋਈ ਹੈ ਕਿ ਮੈਂ ਪਾਣੀ ਨਾ ਪੀ ਕੇ ਆਵਾਂ ਘਰੋਂ? ਕੋਈ ਇੱਦਾਂ ਦੀ ਤਿਆਰੀ ਸੀਗੀ? ਪਹਿਲਾਂ ਨੋਟਿਸ ਦਿੱਤਾ ਹੋਇਆ ਸੀ ਤੁਹਾਨੂੰ? ਨਹੀਂ ਜੀ, ਜਦੋਂ ਕਦੇ ਹੁੰਦੀ ਤਾਂ ਅਸੀਂ ਉੱਠ ਕੇ ਬਾਥਰੂਮ ਜਾਂਦੇ, ਸਾਨੂੰ ਬਾਥਰੂਮ ਜਾਣ ਦਿੱਤਾ ਜਾਂਦਾ, ਪਹਿਲਾਂ ਇਜਾਜ਼ਤ ਦਿੱਤੀ ਜਾਂਦੀ ਹੈ। ਹਾਂ, ਸਾਨੂੰ ਚੈਕਿੰਗ ਕਰਕੇ ਬਾਹਰ ਭੇਜ ਦਿੱਤਾ ਜਾਂਦਾ, ਕੋਈ ਤਕਲੀਫ ਹੋਵੇ ਜਾਂ ਕੋਈ ਬਾਥਰੂਮ ਵੀ ਦੇਖੋ ਹੋਵੇ ਤਾਂ ਜਾਣਾ। ਉਦੋਂ ਇਹਨਾਂ ਨੇ ਇਹ ਕੀਤੀ ਹੈ। ਅੱਗੇ ਵੀ ਕਈ ਵਾਰ ਇੱਦਾਂ ਹੁੰਦਾ ਪਰ ਜ਼ਬਰਦਸਤੀ ਕਰਦੇ, ਕਿਉਂਕਿ ਇਹ ਲੋਕ ਪ੍ਰਬੰਧ ਦੇ ਅਧੀਨ ਆਪਣੇ ਮੁਲਾਜ਼ਮਾਂ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਸਮਝਦੇ ਆ, ਮਸ਼ੀਨ ਦੀ ਤਰ੍ਹਾਂ ਕੰਮ ਲੈਣਾ ਚਾਹੁੰਦੇ ਆ ਵੀ ਸਾਡਾ ਕੰਮ ਨਿਬੜੇ ਛੇਤੀ ਤੇ ਅਸੀਂ ਪਾਸੇ ਹੋਈਏ। ਇਹ ਦੂਸਰੀ ਦਿੱਕਤ ਆਉਂਦੀ ਹੈ, ਪਰੇਸ਼ਾਨੀ ਹੁੰਦੀ, ਉਸ ਵੱਲ ਕੁਝ ਖਾਸ ਧਿਆਨ ਨਹੀਂ ਦਿੱਤਾ ਜਾਂਦਾ। ਉਹਨੂੰ
ਗੱਲਾਂ ਨਾਲ ਬੇਇੱਜ਼ਤੀ ਵੀ ਕੀਤਾ ਜਾਂਦਾ ਇਹਨਾਂ ਗੱਲਾਂ ਪਿੱਛੇ। ਤੁਸੀਂ ਸੂਚਿਤ ਕੀਤਾ ਸੀ ਕਿਸੇ ਵੱਡੇ ਅਧਿਕਾਰੀ ਨੂੰ ਪਹਿਲਾਂ ਜਾਣ ਤੋਂ ਕਿ ਜਦ ਤੁਸੀਂ ਅਸਮਰੱਥ ਹੋ ਇਸ ਚੀਜ਼ ਤੋਂ ਕਿ ਇਹ ਡਿਊਟੀ ਨਿਭਾਉਣ ਤੋਂ ਜਾਂ ਕੋਈ ਹੋਰ ਜਾਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਤੁਸੀਂ ਕਿਹਨੂੰ ਸੂਚਨਾ ਦਿੱਤੀ ਇਸ ਗੱਲ ਦੀ? ਮੈਂ ਇਸ ਤੋਂ ਬਾਅਦ ਵੱਡੇ ਮੈਨੇਜਰ ਸਾਹਿਬ ਨੂੰ, ਉੱਥੇ ਗੋਲਕ ਇੰਚਾਰਜ ਨੂੰ, ਸਾਰਿਆਂ ਨੇ ਇਹ ਘਟਨਾ ਦੱਸੀ ਕਿ ਮੈਨੂੰ ਆਹ ਵਾਪਰਿਆ ਤੇ ਸਾਰੇ ਸਟਾਫ ਨੂੰ ਪਤਾ ਲੱਗ ਗਿਆ। ਮੈਂ ਉੱਚੀ ਉੱਚੀ ਬੋਲਦਾ ਸੀ, ਉੱਥੇ ਸਾਰਿਆਂ ਨੂੰ ਪਤਾ ਲੱਗ ਗਿਆ ਸਾਰੀ ਗੱਲ ਦਾ। ਤੇ ਫਿਰ ਮੈਂ 11 ਤੋਂ 12 ਡਿਊਟੀ 12 ਤੋਂ 1 ਡਿਊਟੀ ਕਰਨ ਜਾਣਾ ਸੀ ਤਖਤ ਸਾਹਿਬ, ਤੇ ਮੇਰੇ ਕੱਪੜੇ ਵਸਤਰ ਖਰਾਬ ਹੋ ਗਏ ਸੀ ਤੇ ਮੈਂ ਇੰਨਾ ਕਹਿ ਕੇ ਉੱਥੋਂ ਆ ਗਿਆ ਡਿਊਟੀ ਤਖਤ ਸਾਹਿਬ ਕੀਰਤਨ ਦੀ ਸੇਵਾ ਜਾਣਾ ਸੀ ਮੈਂ। ਤੇ ਮੈਂ ਮੈਨੇਜਰ ਸਾਹਿਬ ਕੋਲ ਆਏ ਫਿਰ? ਨਹੀਂ, ਵੱਡੇ ਮੈਨੇਜਰ ਸਾਹਿਬ ਤੇ ਛੋਟੇ ਮੈਨੇਜਰ ਸਾਰੇ ਉੱਥੇ ਸਾਰਾ ਅਮਲਾ ਹੁੰਦਾ ਜੀ, ਵੱਡਾ ਉੱਪਰੋਂ ਸਾਰਾ ਆਇਆ ਉੱਥੇ ਹੀ ਸੀਗੇ ਉਹ? ਸਾਰਾ ਉੱਥੇ ਉਹਨਾਂ ਅੱਖੀ ਡਿੱਠੀ ਸਾਰਾ ਹਾਲ ਦੇਖਿਆ ਮੇਰਾ ਘਟਨਾ ਦਾ ਸਾਰਿਆਂ ਨੇ, ਤੇ ਕਹਿਣ ਦੀ ਕੋਈ ਗੱਲ ਹੈ ਹੀ ਨਹੀਂ ਸੀ। ਤੇ ਫਿਰ ਬਾਅਦ ਵਿੱਚ ਕੋਈ ਕਾਰਵਾਈ ਤਾਂ ਹੋਈ ਨਹੀਂ, ਤੁਸੀਂ ਆਪਣੀ ਡਿਊਟੀ ਤੇ ਹਾਜ਼ਰ ਹੋਏ ਉਸ ਦਿਨ? ਹਾਂਜੀ, ਉਦੋਂ ਮੈਂ ਡਿਊਟੀ 12 ਤੋਂ 1 ਡਿਊਟੀ ਕੀਤੀ ਜੀ ਤਖਤ ਸਾਹਿਬ। ਇਸ ਮਾਮਲੇ ਦਾ ਨਿਪਟਾਰਾ ਵੀ ਕੀਤਾ ਗਿਆ ਹੋਣਾ, ਕੋਈ ਬੈਠਿਆ ਹੋਣਾ ਅਮਲਾ ਸਾਰਾ ਜਿਹੜਾ ਉੱਥੇ, ਉਹਨਾਂ ਨੇ ਤੁਹਾਡੀ ਗੱਲ ਸੁਣੀ ਹੋਣੀ। ਬਾਅਦ ਵਿੱਚ ਕੀ ਹੁੰਦਾ ਡਿਊਟੀ ਹੋਣ ਤੋਂ ਬਾਅਦ? ਡਿਊਟੀ ਹੋਣ ਤੋਂ ਬਾਅਦ ਫਿਰ ਜੀ ਮੈਂ ਘਰ ਚਲ ਜਾਣਾ। ਇਹ ਘਰ ਤੋਂ ਬਾਅਦ ਤੇ ਗੋਲਕਾਂ ਖਤਮ ਹੁੰਦੀਆਂ ਤੇ ਗੋਲਕਾਂ ਗਿਣਤੀ ਖਤਮ ਹੁੰਦੀ ਹੈ, ਤੇ ਮੈਨੂੰ ਸਾਰਿਆਂ ਦੇ ਫੋਨ ਆਉਂਦੇ ਆ, ਤੇ ਵਿਦੇਸ਼ਾਂ ਤੋਂ ਵੀ ਆਉਂਦੇ, ਇੱਥੇ ਪੱਤਰਕਾਰਾਂ ਦੇ ਵੀ ਕਈ ਸਾਰਿਆਂ ਦੇ ਵੀ। ਮੈਂ ਛੋਟੇ ਮੈਨੇਜਰ ਸਾਹਿਬ ਹਰਦੇਵ ਸਿੰਘ ਨੂੰ ਫੋਨ ਕੀਤਾ ਵੀ ਮੈਨੂੰ ਬਹੁਤ ਫੋਨ ਆ ਰਹੇ ਰਾਗੀ ਸਾਹਿਬਾਨ ਦੇ, ਆਪਣੇ ਭਾਈਚਾਰੇ ਦੇ, ਦੇਸ਼ਾਂ ਤੋਂ ਸਾਰੇ ਪੱਤਰਕਾਰਾਂ ਦੇ ਵੀ ਤੁਸੀਂ ਇਹਦਾ ਨਿਪਟਾਰਾ ਜਲਦੀ ਤੋਂ ਜਲਦੀ ਕਰੋ ਤਾਂ ਕਿ ਗੱਲ ਫੈਲੇ ਨਾ। ਤੇ ਉਹ ਕਹਿੰਦੇ ਵੀ ਤੂੰ ਫੋਨ ਬੰਦ ਕਰ ਲੈ, ਤੂੰ ਗੱਲ ਨਾ ਕਰ ਕਿਸੇ ਨਾਲ, ਸਾਰਾ ਆਪਣਾ ਲਾਹਾ ਲੈਣਾ ਚਾਹੁੰਦੇ ਆ ਵੀ ਬਦਨਾਮ ਕਰਨਾ ਚਾਹੁੰਦੇ, ਤੂੰ ਹਜੇ ਬੰਦ ਕਰ ਦੇ, ਫੋਨ ਕਰਕੇ ਚੁੱਪ ਕਰਕੇ ਬਹਿ ਜਾ ਤੇ ਅਸੀਂ ਤੈਨੂੰ ਦਫ਼ਤਰ ਬੁਲਾਵਾਂਗੇ ਤਖਤ ਸਾਹਿਬ। ਫਿਰ ਦਫ਼ਤਰ ਬੁਲਾਇਆ ਜਾਂਦਾ, ਤੁਹਾਨੂੰ ਕੀ ਗੱਲ ਹੁੰਦੀ ਹੈ ਫਿਰ? ਹਾਂਜੀ, ਫਿਰ ਮੈਨੂੰ ਇਹ 19 ਦੀ ਘਟਨਾ ਹੈ ਤੇ 21 ਤਰੀਕ ਨੂੰ ਮੈਨੂੰ ਦਫ਼ਤਰ ਬੁਲਾਇਆ ਜਾਂਦਾ। ਸਵੇਰੇ ਆਪਣੇ ਰਾਗੀ ਸਾਹਿਬਾਨ ਦਾ ਇੰਚਾਰਜ ਦਾ ਮੈਨੂੰ ਫੋਨ ਆਉਂਦਾ ਵੀ ਤੂੰ ਇਕੱਲਾ ਹੀ ਦਫ਼ਤਰ ਆ ਜਾ, ਤੇ ਮੈਂ ਇਕੱਲਾ ਦਫ਼ਤਰ ਆਇਆ 9 ਵਜੇ ਦੇ ਕਰੀਬ। ਤੇ ਅੱਧੇ ਘੰਟੇ ਬਾਅਦ ਇਹ ਮੈਨੇਜਰ ਸਾਹਿਬ ਨੇ ਕਿਹਾ ਸਾਰੇ ਬਾਹਰ ਚੱਲ ਜਾਓ, ਮੈਂ ਰਾਗੀ ਸਿੰਘ ਨਾਲ ਗੱਲ ਕਰਨੀ। 5-7 ਅਧਿਕਾਰੀ ਅੰਦਰ ਬੈਠੇ ਦੇ ਨੇ, ਜਿਹਦੇ 'ਚ ਛੋਟਾ ਮੈਨੇਜਰ ਤੇ ਅਵਤਾਰ ਸਿੰਘ ਮੈਨੇਜਰ, ਸਾਡਾ ਰਾਗੀ ਇੰਚਾਰਜ ਤੇ ਸਾਡਾ ਰਿਕਾਰਡ ਕੀਪਰ ਅੰਦਰ ਬੈਠਦੇ ਹਨ। ਤੇ ਮੈਂ ਸਾਰੀ ਗੱਲ ਉਹਨਾਂ ਨੂੰ ਦੁਹਰਾਉਣਾ, ਸਾਰੀ ਗੱਲ ਕਰਦੇ ਹਨ, ਤਰ੍ਹਾਂ ਦੇ ਕੁਐਸਚਨ ਵੀ ਕਰਦੇ ਹਨ, ਸਾਰੀ ਗੱਲਾਂ ਕਰਦੇ ਹਨ। ਸਭ ਤੋਂ ਪਹਿਲੇ ਤਾਂ ਇਹ ਮੈਨੇਜਰ ਸਾਹਿਬ ਨੇ ਘਟਨਾ ਦੀ ਮਾਫੀ ਮੰਗੀ ਮੇਰੇ ਤੋਂ, ਤੇ ਇਹਦਾ ਮਤਲਬ ਗਲਤੀ ਹੋਈ ਤਾਂ ਹੀ ਘਟਨਾ ਦੀ ਮਾਫੀ ਮੰਗੀ ਸੀ ਉਹਨਾਂ ਨੇ ਸਾਰੇ ਸਾਹਮਣੇ ਵੀ ਮੈਂ ਘਟਨਾ ਦੀ ਮਾਫੀ ਮੰਗਦਾ। ਫਿਰ ਅੱਗੇ ਗੱਲਾਂ ਹੋਰ ਚਲਾ ਲਈਆਂ ਇਹਨਾਂ ਨੇ ਉਸੇ ਵਿਸ਼ੇ ਤੇ ਫਿਰ ਉਹਨਾਂ 'ਚ ਇੱਕ ਮੈਨੂੰ ਕਾਗਜ਼ ਅੱਗੇ ਲਿਖਣ ਵਾਸਤੇ ਕਿਹਾ। ਮੈਂ ਲਿਖਿਆ ਨਹੀਂ ਕਾਗਜ਼, ਮੈਂ ਕਿਹਾ ਮੇਰੇ ਹੱਥ ਦੀ ਪ੍ਰੋਬਲਮ ਹੈਗੀ ਵੀ ਏਸੀ ਵੀ ਚੱਲਦਾ, ਮੈਂ ਨਹੀਂ ਕਰ ਰਹੇ। ਫਿਰ ਉਹਨਾਂ ਨੇ ਰਿਕਾਰਡ ਕੀਪਰ ਤੋਂ ਲਿਖਵਾਈ ਸ਼ਬਦਾਵਲੀ। ਕੀ ਲਿਖਵਾਇਆ ਜੀ? ਤੇ ਉਹ ਲਿਖਵਾਈ ਸੀ ਗੋਲ ਗਿਣਤੀ ਤੋਂ ਛੋਟ ਤੇ 2 ਆਧਾਰ ਸੀਗੇ ਬਿਮਾਰੀ ਦੇ ਮੇਰੇ ਉੱਤੇ ਲਿਖਵਾਏ ਗਏ। ਤੇ ਫਿਰ ਬਾਅਦ 'ਚ ਮੇਰੇ ਤੇ ਸਾਈਨ ਕਰਵਾ ਲਏ ਭਰੋਸੇ ਨਾਲ, ਤੇ ਭਰੋਸੇ ਦਾ ਸਾਈਨ ਕਰਵਾ ਕੇ ਜਿਹੜੇ ਐਪਲੀਕੇਸ਼ਨ ਪਾਸੇ ਰੱਖੀ ਤਾਂ ਨਾਲ ਹੀ ਮੈਨੂੰ ਕਹਿੰਦੇ ਤਖਤ ਸਾਹਿਬ ਡਿਊਟੀ ਨਹੀਂ ਲਾ ਸਕਦੇ ਤੇਰੀ। ਤੇ ਮੈਂ ਕਿਹਾ ਕਿਉਂ ਨਹੀਂ ਲਾ ਸਕਦੇ? ਕਹਿੰਦੇ ਤੂੰ ਉੱਪਰ ਵੀ ਘਟਨਾ 'ਚ ਕੋਈ ਕੁਤਾਹੀ ਕਰ ਸਕਦਾ ਇੱਦਾਂ ਦੀ। ਮੈਂ ਕਿਹਾ ਜੀ ਮੈਂ ਇੰਨਾ ਚਿਰ ਹੋ ਗਿਆ ਮੈਂ ਕਦੇ ਕੀਤੀ ਨਹੀਂ ਇੱਦਾਂ ਦੀ, ਕਿ ਨਾ ਮੈਂ ਕੋਈ ਘਟਨਾ ਇੱਦਾਂ ਵਾਪਰੀ ਮੇਰੇ ਨਾਲ। ਤੇ ਫਿਰ ਮੈਂ ਕਿਹਾ ਮੇਰਾ ਸਾਰਾ ਕੈਰੀਅਰ ਸਾਰਾ ਇਸ ਤੋਂ ਸ਼ਾਹ ਸਾਨੂੰ ਤਖਤ ਸਾਹਿਬ ਕਰਕੇ ਹੁੰਦਾ ਹੈ ਵੀ ਅਸੀਂ ਲਾਈਵ ਹੋਣਾ ਹੁੰਦਾ, ਤੇ ਤਿਆਰੀ ਸਾਡੀ ਪੂਰੀ ਹੁੰਦੀ ਹੈ ਤਖਤ ਸਾਹਿਬ ਕੀਰਤਨ ਕਰਨੀ। ਮੈਂ ਕਿਹਾ ਜੇ ਇੱਦਾਂ ਗੁਰਦੁਆਰੇ ਦੇ ਸਭ ਬਰਾਬਰ ਨੇ, ਕੀਰਤਨ ਤਾਂ ਅਸੀਂ ਸਾਰੇ ਪਾਸੇ ਕਰਦੇ, ਪਰ ਸਾਨੂੰ ਇੱਥੇ ਵਿਸ਼ੇਸ਼ ਤੌਰ 'ਤੇ ਕੀਰਤਨ ਕਰਨ ਲਈ ਤਿਆਰੀ ਕਰਨੀ ਪੈਂਦੀ ਹੈ ਬੜੀ, ਤੇ ਉਹਦੇ ਲਈ ਸਾਡਾ ਸਾਰਾ ਝੁਕਾਅ ਸਾਡਾ ਘਟ ਜਾਣਾ ਹੈਗਾ। ਤੇ ਮੈਨੂੰ ਕੀਰਤਨ ਤਖਤ ਸਾਹਿਬ ਵੀ ਦਿੱਤੀ, ਜਿੱਦਾਂ ਸਾਰੀ ਰੂਟੀਨ 'ਚ ਰਾਗੀਆਂ ਦੀ ਡਿਊਟੀ ਚੱਲਦੀ ਇੱਦਾਂ ਕੀਰਤਨ ਦੀ ਡਿਊਟੀ ਮੇਰੀ ਵੀ ਹੀ ਇੱਥੇ ਚੱਲੇ। ਕਹਿੰਦੇ ਨਹੀਂ ਅਸੀਂ ਨਹੀਂ ਲਾ ਸਕਦੇ। ਮੈਂ ਕਿਹਾ ਫਿਰ ਮੇਰਾ ਕਾਗਜ਼ ਵਾਪਸ ਕਰੋ, ਮੈਂ ਸੁਧਾਰ ਤੇ ਨਹੀਂ ਲੈਣੀ, ਵਾਪਸ ਕਰੋ। ਮੈਂ ਕਿਹਾ ਵੀ ਤੁਸੀਂ ਮੇਰਾ ਇਹਦਾ ਮਤਲਬ ਮੈਨੂੰ ਬਿਮਾਰ ਸਾਬਤ ਕਰਤਾ। ਹੁਣ ਤੁਸੀਂ ਕਹਿ ਰਹੇ ਜਿਹੜੇ ਤੁਸੀਂ ਸ਼ਬਦ ਵਰਤੇ, ਵਾਕ ਵਰਤੇ, ਮੈਨੂੰ ਬਿਮਾਰ ਸਾਬਤ ਕਰਨ ਦੇ ਇਹਦਾ ਮਤਲਬ ਦੋ ਕਾਰਨ ਗੋਲ ਗਿਣਤੀ ਤੇ ਲਿਖੇ ਵੀ, ਇੱਕ ਸ਼ੂਗਰ ਹੈ, ਇੱਕ ਨਰਵਸ ਸਿਸਟਮ ਵੀਕ ਹੈ। ਮੈਂ ਕਿਹਾ ਮੇਰਾ ਕਾਗਜ਼ ਦਿਓ। ਇਹ ਕੋਈ ਸਮੱਸਿਆ ਤੁਹਾਨੂੰ ਹੈਗੀ ਹੈ ਸਿੰਘ ਸਾਹਿਬ? ਨਹੀਂ, ਮੈਨੂੰ ਸ਼ੂਗਰ ਦੀ ਤਾਂ ਸਮੱਸਿਆ ਹੈਗੀ ਹੈ, ਪਰ ਨਰਵਸ ਸਿਸਟਮ ਦੀ ਅੱਜ ਤੱਕ ਨਹੀਂ। ਨਰਵਸ ਸਿਸਟਮ ਨਾਲ ਤੁਸੀਂ ਦੱਸੋ, ਇੰਨੀਆਂ ਤੁਕਾਂ ਪੜ੍ਹਨੀਆਂ, ਇੰਨੀ ਬਰੀਕੀ ਸੰਗੀਤ ਦੀ ਸਮਝਣੀ। ਨਰਵਸ ਸਿਸਟਮ ਫੇਲ ਹੋਣ ਯਾਨੀ ਕਿ ਵੀਕ ਹੋਣ ਦਾ ਮਤਲਬ ਕੀਰਤਨ ਕਰ ਹੀ ਨਹੀਂ ਸਕਦਾ ਬੰਦਾ। ਤੇ ਇਹ ਕਿੱਦਾਂ ਕਰ ਗਿਆ? ਮੈਂ ਨਰਵਸ ਸਿਸਟਮ ਵੀਕ ਦੇ ਵਿੱਚ ਇੰਨਾ ਸਮਾਂ ਡਿਊਟੀ ਕਿੱਦਾਂ ਕਰ ਗਿਆ? ਤੇ ਦੱਸੋ ਨਹੀਂ ਕਿ ਬਹੁਤ ਬਰੀਕੀ ਹੈ ਸੰਗੀਤ ਦੀ, ਇੰਨੀ ਬਰੀਕੀ ਹੁੰਦੀ ਹੈ ਕਿ ਉਹ ਬਾਲ ਜਿੰਨੀ ਜਾਨ ਕਹਿਣ ਲਓ ਬਹੁਤ ਸੂਖਮ ਬੀਤਤੀ ਹੁੰਦੀ ਕੀਰਤਨ ਦੀ ਹੁੰਦੀ, ਉਹਦੇ ਵਿੱਚ ਇੰਨੀਆਂ ਹੁੰਦੀਆਂ ਸਮਝਣ ਵਾਲੀਆਂ ਗੱਲਾਂ ਕਿ ਉਹਨੂੰ ਧਿਆਨ 'ਚ ਰੱਖ ਕੇ ਅਸੀਂ ਸਾਰੀ ਕੀਰਤਨ ਕਰਦੇ। ਸਿੰਘ ਸਾਹਿਬ ਪਰ ਇੱਕ ਹੋਰ ਵੀ ਤਾਂ ਗੱਲ ਆ ਕਿ ਤੁਸੀਂ ਜਦੋਂ ਉੱਥੇ ਜਾਂਦੇ ਹੋ, ਜਿਹੜੇ ਅਖਬਾਰ ਦੇ ਵਿੱਚ ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਫਿਰ ਉਹਨਾਂ ਦੇ ਬਿਆਨ ਦੇ ਵਜੋਂ ਇਹ ਵੀ ਤਾਂ ਕਿਹਾ ਜਾਂਦਾ ਕਮੇਟੀ ਵੱਲੋਂ ਕਿ ਤੁਸੀਂ ਤਾਂ ਆਪ ਜਾ ਕੇ ਉੱਥੇ ਕਿਹਾ ਕਿ ਮੇਰਾ ਨਰਵਸ ਸਿਸਟਮ ਜਿਹੜਾ ਹੈਗਾ ਉਹ ਠੀਕ ਨਹੀਂ ਹੈਗਾ, ਤੇ ਜਿਸ ਕਰਕੇ ਮੈਨੂੰ ਪਿਸ਼ਾਬ ਦੀ ਪ੍ਰੋਬਲਮ ਹੋ ਜਾਂਦੀ ਹੈ। ਜਿਹੜੀ ਨਰਵਸ ਸਿਸਟਮ ਦੀ ਗੱਲ ਹੈ ਜੀ, ਇਹ 21 ਅਗਸਤ ਦੀ ਘਟਨਾ ਹੈ। ਜਿਹੜੀ ਤੁਸੀਂ ਕਿਹਾ ਸੀ ਉੱਥੇ? ਨਹੀਂ ਕਿਹਾ ਨਹੀਂ ਸੀ, ਇਹਨਾਂ ਨੇ ਮੈਨੂੰ ਕਿਹਾ ਵੀ ਉਹ ਲਿਖ। ਫਿਰ ਇਹਨਾਂ ਨੇ ਮੈਨੇਜਰ ਸਾਹਿਬ ਨੇ ਖੁਦ ਬੁਲਵਾ ਕੇ ਰਿਕਾਰਡ ਕੀਪਰ ਤੇ ਉਹ ਲਿਖਵਾਇਆ ਗਿਆ, ਮੇਰੇ ਥੱਲੇ ਸਾਈਨ ਕਰਾਏ ਗਏ, ਮੈਂ ਤਰੀਕ ਥੱਲੇ ਪਾਈ ਹੈ। ਤੇ ਨਰਵਸ ਸਿਸਟਮ ਤੇ ਮੈਂ ਨਹੀਂ ਲਿਖਿਆ, ਮੈਂ ਕਿਹਾ ਵੀ ਸ਼ਾਇਦ ਗੋਲ ਗਿਣਤੀ ਕਰਕੇ ਵੀ ਇਹ ਛੋਟ ਕਰਕੇ ਵੀ 2 ਕਾਰਨ ਪਾਏ ਹੈ।
ਤੇ ਇਹ ਤਾਂ ਬਾਅਦ ਚ ਮੈਨੂੰ ਪਤਾ ਲੱਗਿਆ ਜਿਸਲੇ ਮੁੱਕਰਨ ਲੱਗ ਪਏ ਵੀ ਅਸੀਂ ਤੇਰੀ ਤਖਤ ਸਾਹਿਬ ਡਿਊਟੀ ਨਹੀਂ ਲਾਣੀ ਜਾਂ ਸਿੰਘ ਸਾਹਿਬ ਮੁੱਕਰ ਪਏ, ਮੈਨੂੰ ਸਾਰਾ ਸਮੇਂ ਵੀ ਇਹ ਮੈਨੂੰ ਬਿਮਾਰ ਸਾਬਤ ਕਰਨਾ ਚਾਹੁੰਦੇ ਆ, ਕਿਉਂਕਿ ਹਰ ਕੋਈ ਬਿਮਾਰ ਮੈਨੂੰ ਕਹਿ ਰਿਹਾ ਸੀ ਤੂੰ ਤੰਦਰੁਸਤੀ ਰਿਪੋਰਟ ਬਣਾ ਕੇ ਲਿਆ, ਤੂੰ ਬਿਮਾਰ ਆ, ਤੂੰ ਆਰਾਮ ਕਰ, ਅਸੀਂ 31 ਅਗਸਤ ਤੱਕ ਤੇਰੀ ਡਿਊਟੀ ਬੰਦ ਕੀਤੀ ਹੋਈ ਤੂੰ। ਫਿਰ ਮੈਨੂੰ ਲੱਗਦਾ ਵੀ ਮੈਂ ਇਹ ਬਿਮਾਰ ਸਾਬਤ ਕਿਉਂ ਕਰਨ ਲੱਗੇ ਹੋਏ, ਇਹਦੇ ਪਿੱਛੇ ਕੀ। ਉੱਥੇ ਫਿਰ ਮੈਨੂੰ ਇਹਦਾ ਸੱਚ ਪਤਾ ਲੱਗਿਆ, ਕਿਉਂਕਿ ਜਿਹੜਾ ਨਰਵਸ ਸਿਸਟਮ ਵਾਲਾ ਇਹ ਗੱਲ ਹੈਗੀ, ਇਹ 21 ਤਰੀਕ ਨੂੰ ਇਹਨਾਂ ਨੇ ਉੱਥੇ ਲਿਖਵਾਈ ਹੈ ਦਫ਼ਤਰ 'ਚ ਬੈਠ ਕੇ ਐਪਲੀਕੇਸ਼ਨ ਗੋਲ ਗਿਣਤੀ ਤੋਂ ਛੋਟ ਦੇ ਤਹਿਤ, ਤੇ ਜਿਹੜੀ ਇਹ 19 ਪਿਸ਼ਾਬ ਦੇ ਕੇ ਵੀ ਇਹਦਾ ਨਰਵਸ ਸਿਸਟਮ ਕਰਕੇ ਪਿਸ਼ਾਬ ਨਿਕਲਣਾ ਜਿਹੜਾ ਹੈਗਾ ਇਹ 19 ਤਰੀਕ ਦੀ ਘਟਨਾ ਹੈ। ਮਤਲਬ ਘਟਨਾ ਪਹਿਲਾਂ ਵਾਪਰ ਚੁੱਕੀ ਸੀ ਤੇ ਇਹ ਐਪਲੀਕੇਸ਼ਨ ਤੁਹਾਡੀ ਬਾਅਦ ਚ ਆਉਂਦੀ ਆ। ਹਾਂਜੀ ਤੇ ਉਹ ਐਪਲੀਕੇਸ਼ਨ ਵੀ ਤੁਹਾਡੇ ਵੱਲੋਂ ਨਹੀਂ ਲਿਖੀ ਗਈ, ਇਹ ਕਹਿਣਾ ਚਾਹੁੰਦੇ ਤੁਸੀਂ? ਹਾਂਜੀ ਮੈਂ ਨਹੀਂ ਲਿਖੀ, ਇਹਨਾਂ ਨੇ ਲਿਖੀ, ਮੈਨੂੰ ਵਿਸ਼ਵਾਸ ਦੇ ਤੌਰ ਤੇ ਦਬਾਅ ਦੇ ਤੌਰ ਤੇ ਲਿਖਵਾਈ ਗਈ, ਕਿਉਂਕਿ ਮੈਂ ਵੱਡਾ ਮੈਨੇਜਰ ਹੈਗਾ ਵੀ ਮੈਂ ਲਿਖਦੇ ਮੈਂ ਕਿਤੇ ਕੋਈ ਕਾਰਵਾਈ ਨਹੀਂ ਕਰਦਾ। ਇਹਨਾਂ ਨੇ ਮੈਨੂੰ ਖੁਦ ਕਿਹਾ ਮੈਂ ਤਖਤ ਸਾਹਿਬ ਦੇ ਘੜੇ ਖੜਾ, ਗੁਰੂ ਦਾ ਦੇਣਦਾਰ ਹੋਊਗਾ, ਜੇ ਮੈਂ ਇਹਨਾਂ ਗੱਲਾਂ ਝੂਠ ਬੋਲਾਂਗਾ ਤੇ ਮੈਂ ਕਹਿੰਦਾ ਉੱਥੇ ਸਤਿਗੁਰੂ ਜੀ ਇਸ ਦਾ ਆਪ ਹੀ ਨਿਬੇੜਾ ਕਰਨਗੇ। ਜਿਹੜੀਆਂ ਹੋਰ ਡਿਊਟੀਆਂ ਹੁੰਦੀਆਂ, ਤੁਸੀਂ ਕਹਿੰਦੇ ਹੋ ਕਿ ਤੁਸੀਂ ਸੇਵਾ ਦੇ ਲਈ, ਸਹਿਯੋਗ ਦੇ ਲਈ ਜਾਂਦੇ ਹੋ, ਇਹ ਤੁਹਾਡੀ ਡਿਊਟੀ ਦੇ ਵਿੱਚ ਵੈਸੇ ਆਉਂਦਾ ਹੈ ਕਿ ਰਾਗੀ ਸਿੰਘ ਵੀ ਉਸ ਥਾਂ ਦੇ ਉੱਤੇ ਜਾਣਗੇ ਜਦੋਂ ਕਿਤੇ ਸੇਵਾ ਹੋਊਗੀ? ਤੁਹਾਡੀ ਡਿਊਟੀ ਦਾ ਦਾਇਰਾ ਹੈਗਾ ਇਹ, ਜਾਂ ਤੁਸੀਂ ਸਹਾਇਤਾ ਲਈ ਜਾਂਦੇ ਹੋ? ਜਦੋਂ ਜੀ ਅਸੀਂ ਡਿਊਟੀ ਆਰੰਭ ਕਰਦੇ ਹਾਂ ਜੀ, ਉੱਥੇ ਸਾਡੇ ਕੋਲ ਐਫੀਡੇਵਿਟ ਲੈ ਜਾਂਦੇ ਵੱਖਰੇ ਤਰ੍ਹਾਂ ਦੇ, ਪਰ ਇਹ 'ਚ ਇੱਦਾਂ ਦੀ ਕੋਈ ਡਿਊਟੀ ਨਹੀਂ ਹੁੰਦੀ। ਹਾਂ ਇੱਦਾਂ ਹੁੰਦਾ ਕਿ ਵੀ ਅਸੀਂ ਸਹਾਇਤਾ ਕਰਨੀ ਹੁੰਦੀ, ਉਹ 'ਚ ਕੋਈ ਰਿਟਨ ਨਹੀਂ ਲਿਆਉਂਦਾ ਵੀ ਤੁਸੀਂ ਗੋਲਕਾ ਗਿਣਨੇ, ਤੁਸੀਂ ਆਹ ਕੰਮ ਕਰਨੇ। ਸਾਨੂੰ ਸਿਰਫ ਕੀਰਤਨ ਵਾਸਤੇ ਹੀ ਪਾਬੰਦ ਹੁੰਦੇ ਅਸੀਂ ਉੱਥੇ। ਮਤਲਬ ਇਹ ਡਿਊਟੀ ਤੁਹਾਡੀ ਬਣਦੀ ਨਹੀਂ ਹੈ? ਬਣਦੀ ਹੈ ਜਾਂ ਨਹੀਂ ਬਣਦੀ? ਨਹੀਂ ਜੀ, ਸਾਡੀ ਡਿਊਟੀ ਕੀਰਤਨ ਦੇ ਨਹੀਂ ਬਣਦੀ। ਤੁਹਾਨੂੰ ਫਿਰ ਘਰ ਜਾਣ ਲਈ ਕਿਹਾ ਜਾਂਦਾ ਇੱਥੋਂ, ਜਾਂ ਤੁਸੀਂ ਆਪ ਅਸਤੀਫੇ ਦੀ ਗੱਲ ਕਰਦੇ ਹੋ? ਉੱਪਰ ਅਧਿਕਾਰੀਆਂ ਕੋਲ ਕਿਹੜਿਆਂ ਕੋਲ ਤੁਸੀਂ ਗੱਲ ਕੀਤੀ? ਉਸ ਤੋਂ ਬਾਅਦ ਜੀ ਮੈਂ ਘਰ ਕਹਿੰਦੇ ਤੁਸੀਂ ਜਾਓ ਹੁਣ ਤੇ ਅਸੀਂ ਫਿਰ ਗੱਲ ਕਰਾਂਗੇ। ਮੈਂ ਕਹਿੰਦਾ ਮੇਰੇ ਤੇ ਭਰੋਸਾ ਰੱਖ ਵੀ ਉਹ ਕਾਗਜ਼ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਦੇ, ਸਾਡੇ ਭਰੋਸਾ ਰੱਖ। ਮੈਂ ਮੈਨੂੰ ਕਾਗਜ਼ ਦੇ ਦਿਓ ਵਾਪਸ, ਦਿੱਤਾ ਹੀ ਨਹੀਂ। ਕਿੰਨੀਆਂ ਮਿਹਨਤਾਂ ਤਰਲੇ ਕਰਨ ਤੇ ਵੀ ਕਾਗਜ਼ ਵਾਪਸ ਨਹੀਂ ਦਿੱਤਾ। ਜਦੋਂ ਇਹਨੇ ਦਿੱਤਾ ਫਿਰ ਮਨ 'ਚ ਮੇਰੇ ਹੋਰ ਸ਼ੱਕ ਜਿਹਾ ਪੈ ਗਿਆ ਵੀ ਇਹ ਗੱਲ ਕਿਉਂ ਇਹ ਰੱਖ ਰਿਹਾ, ਵੀ ਇਹ ਤਾਂ ਗੋਲ ਗਿਣਤੀ ਦੇ 2 ਕਾਰਨ ਸੀਗੇ ਵੀ, ਤਾਂ ਉਹਦੇ ਕਰਕੇ ਸ਼ਾਇਦ ਦਿੱਤੀ ਹੋਵੇ। ਪਰ ਮੈਨੂੰ ਫਿਰ ਬਾਅਦ 'ਚੋਂ ਅਹਿਸਾਸ ਹੋਇਆ ਵੀ ਗੱਲ ਗਲਤ ਹੈਗੀ ਵੀ ਇਹਨਾਂ ਨੇ ਕੀਤੀ। ਤੇ ਫਿਰ ਮੈਂ ਇੱਕ ਦੋ ਵਾਰੀ ਛੋਟੇ ਮੈਨੇਜਰ ਨੂੰ ਕਿਹਾ ਮੇਰਾ ਕਾਗਜ਼ ਦਿਓ, ਫਿਰ 1-2 ਦਿਨ ਠਹਿਰ ਕੇ ਫਿਰ ਮੈਂ ਗਿਆ, ਨਹੀਂ ਦਿੱਤਾ ਇਹਨਾਂ ਨੇ ਮੈਨੂੰ ਕਾਗਜ਼। ਕਹਿੰਦੇ ਅਸੀਂ ਤੇਰੀ ਪਿੱਠ ਪਿੱਛੇ ਛੁਰਾ ਨਹੀਂ ਮਾਰਦੇ, ਦੱਸ ਕੇ ਮਾਰਾਂਗੇ, ਭਰੋਸਾ ਰੱਖ, ਮੈਂ ਮੈਨੇਜਰ ਹਾਂ, ਇਹ ਤੂੰ ਮੇਰਾ ਮੁਲਾਜ਼ਮ ਹੈ, ਵੱਡਾ ਮੈਨੇਜਰ ਹੈ, ਮੈਂ ਤੈਨੂੰ ਕਹਿ ਰਿਹਾ ਮੇਰੇ ਤੇ ਵਿਸ਼ਵਾਸ ਰੱਖ, ਤੂੰ ਡਿਊਟੀ ਕਰਨੀ। ਮੈਂ ਮਨ 'ਚ ਇਹ ਸੋਚਿਆ ਮੈਂ ਡਿਊਟੀ ਕਰਨੀ ਹੈਗੀ ਇੱਥੇ ਤੱਕ ਸਾਹਿਬ, ਤੇ ਮੈਂ ਇਹਨਾਂ ਦੇ ਅੰਡਰ ਚੱਲਣਾ ਹੈਗਾ ਵੀ ਚੱਲ ਭਰੋਸਾ ਤਾਂ ਕੀਤਾ ਜਾ ਸਕਦਾ। ਸਿੰਘ ਸਾਹਿਬ ਵੀ ਤਾਂ ਇੱਥੇ ਮੌਜੂਦ ਹੁੰਦੇ ਆ, ਜਥੇਦਾਰ ਸਾਹਿਬ ਹੁੰਦੇ, ਉਹਨਾਂ ਕੋਲ ਹੀ ਤੁਸੀਂ ਪਹੁੰਚ ਕੀਤੀ? ਇਹਨਾਂ ਨੇ ਫਿਰ ਗੱਲ ਮੁਕਾਉਣ ਤੋਂ ਬਾਅਦ ਕਿਹਾ ਵੀ ਅਸੀਂ ਸਿੰਘ ਸਾਹਿਬ ਕੋਲ ਚੱਲਾਂਗੇ। ਚਲੋ ਮੈਂ ਕਿਹਾ ਵੀ ਚਲੋ ਠੀਕ ਹੈ, ਇਹ ਵੀ ਗੱਲ ਵੀ ਸਿੰਘ ਸਾਹਿਬ ਕੋਲ ਜਾਣਾ। ਸਿੰਘ ਸਾਹਿਬ ਕੋਲ ਗਿਆ ਮੈਂ 28 ਤਰੀਕ ਨੂੰ ਸਿੰਘ ਸਾਹਿਬ ਦੀ ਰਹਿ 'ਚ ਪਹੁੰਚਾ, ਉੱਥੇ ਵੀ ਗੱਲ ਹੋਈ। ਇਹ ਅੰਦਰ ਪਹਿਲੀ ਸੀ, ਵੱਡੇ ਮੈਨੇਜਰ ਤੇ ਛੋਟੇ ਮੈਨੇਜਰ ਹਰਦੇਵ ਸਿੰਘ ਹੋਰੀ ਉੱਥੇ ਸੀਗੇ, ਤੇ ਮੈਂ ਉੱਥੇ ਜਾ ਕੇ ਗੱਲ ਕੀਤੀ ਮੈਨੇਜਰ ਸਾਹਿਬ ਨਾਲ, ਸਿੰਘ ਸਾਹਿਬ ਜੀ ਨਾਲ। ਸਿੰਘ ਸਾਹਿਬ ਜੀ ਨੇ ਦੱਸਿਆ ਦੱਸੋ ਕਿਹੜੀ ਗੱਲ ਹੋਈ। ਮੈਂ ਗੱਲ ਸਾਰੀ ਦੱਸੀ ਤੇ ਉਹਨਾਂ ਨੇ ਉੱਪਰ ਹਮਲੇ ਨੂੰ ਉੱਪਰ ਜਿਹੜਾ ਉੱਪਰੋਂ ਆਉਂਦਾ ਜਾਣੀ ਕਿ ਇੰਸਪੈਕਟਰ ਆਉਂਦੇ, ਉਹਨਾਂ ਨੂੰ ਲਾਇਆ, ਉਹਨਾਂ ਨੇ ਹੈੱਡ ਨੂੰ ਫੋਨ ਤੇ ਗੱਲਬਾਤ ਕੀਤੀ ਵੀ ਇਹ ਤੁਹਾਡਾ ਇੰਸਪੈਕਟਰ ਗਲਤ ਕਰਕੇ ਗਿਆ, ਜਦ ਕਿ ਉੱਥੇ ਅਵਤਾਰ ਸਿੰਘ ਦਾ ਨਾਮ ਨਹੀਂ ਲਿਆ ਗਿਆ। ਇਹਨਾਂ ਨੇ ਜਾ ਕੇ ਦੋਸ਼ੀ ਜੋ ਜ਼ਿਆਦਾ ਹੈਗਾ ਬੋਲਿਆ ਉਹ ਹੈ। ਅਵਤਾਰ ਸਿੰਘ ਕੌਣ? ਅਵਤਾਰ ਸਿੰਘ ਛੋਟਾ ਮੈਨੇਜਰ ਹੈ ਜੀ ਆਪਣੇ ਤਖਤ ਸਾਹਿਬ ਤੇ ਉਹਨਾਂ ਦੀ ਰਿਟਾਇਰਮੈਂਟ 2 ਮਹੀਨੇ ਦੀ ਸੀਗੀ, ਤਾਂ ਉਹਨੂੰ ਬਚਾਉਣ ਦੀ ਖਾਤਰ ਉਹਦਾ ਨਾਮ ਵਿੱਚ ਨਹੀਂ ਲਿਆ ਗਿਆ। ਸਿੰਘ ਸਾਹਿਬ ਵੀ ਨਹੀਂ ਲਿਆ, ਨਾ ਮੈਨੇਜਰ ਸਾਹਿਬ ਨੇ ਲਿਆ, ਕਿਸੇ ਨੇ ਵੀ। ਮੈਂ ਚਾਹੁੰਦਾ ਸੀ ਵੀ ਅਵਤਾਰ ਸਿੰਘ ਮੇਰੇ ਤੋਂ ਮਾਫੀ ਮੰਗੇ, ਫਿਰ ਨਹੀਂ, ਇਹਨਾਂ ਨੇ ਨਹੀਂ ਮਾਫੀ ਮੰਗਵਾਈ ਉਹ ਤੋਂ। ਆਪ ਤਾਂ ਮਾਫੀ ਮੰਗ ਲਈ ਪਰ ਉਹ ਤੋਂ ਨਹੀਂ ਮੰਗਵਾਈ, ਕਿਉਂਕਿ ਵਿੱਚ ਨਹੀਂ ਲਿਆਉਣਾ ਚਾਹੁੰਦੇ ਸੀ ਇਸ ਮਾਮਲੇ ਵਿੱਚ ਅਵਤਾਰ ਸਿੰਘ ਨੂੰ, ਕਿਉਂਕਿ ਵੀ ਉਹਦੀ ਰਿਟਾਇਰਮੈਂਟ ਸੀ 2 ਮਹੀਨੇ ਦੀ। ਤੇ ਸਿੰਘ ਸਾਹਿਬ ਜੀ ਨੇ ਵੀ ਉਹੀ ਗੱਲਾਂ ਕਰਕੇ ਅਵਤਾਰ ਸਿੰਘ ਦਾ ਨਾਮ ਨਹੀਂ ਲਿਆ। ਤੇ ਫਿਰ ਬਾਅਦ 'ਚ ਐਂਡ ਅਖੀਰ 'ਚ ਕਹਿੰਦੇ ਵੀ ਮੈਂ ਕਿਹਾ ਵੀ ਕਾਗਜ਼ ਮੇਰਾ ਵਾਪਸ ਕਰੋ ਜੀ, ਉਹਨਾਂ ਕੋਲ ਗਲਤ ਆਧਾਰ 'ਤੇ ਪਿਆ ਮੈਨੇਜਰ। ਸਿੰਘ ਸਾਹਿਬ ਕਹਿੰਦੇ ਤੂੰ ਸੁੱਤਾ ਪਿਆ ਸੀ ਉਹਦੇ ਜਦੋਂ ਸਾਈਨ ਕੀਤੇ ਸੀ? ਮੈਂ ਕਿਹਾ ਜੀ ਇੱਕ ਮੈਂ ਵੱਡੇ ਮੈਨੇਜਰ ਸਾਹਿਬ ਹੈ, ਮੇਰੇ ਭਰੋਸਾ ਦੇ ਰਹੇ ਮੈਨੂੰ ਤੇ ਸਭ ਕੁਝ ਆਸ਼ਵਾਸਨ ਦੇ ਰਿਹਾ, ਤੇ ਇਸ ਕਰਕੇ ਮੈਂ ਉੱਥੇ ਸਾਈਨ ਕਰਤੇ ਵੀ ਚੱਲ ਗੋਲ ਗਿਣਤੀ ਕਰਕੇ। ਪਰ ਜੇ ਬਾਅਦ 'ਚ ਜਿਹੜੇ ਇਹਨਾਂ ਨੇ ਹੋਰ ਗੱਲਾਂ ਰੰਗ ਲਿਆਉਣਾ ਸ਼ੁਰੂ ਕਰਤਾ ਉਸ ਗੱਲਾਂ ਦਾ, ਤੇ ਫਿਰ ਮੈਂ ਕਾਗਜ਼ ਮੰਗਣਾ ਸ਼ੁਰੂ ਕਰਤਾ। ਗੋਲਕ ਗਿਣਤੀ ਤੋਂ ਛੋਟ ਦੇਣ ਦੇ ਕਾਗਜ਼ ਦੇ ਬਦਲੇ ਤੁਹਾਡੀ ਡਿਊਟੀ ਵੀ ਕੱਟੀ ਗਈ, ਇਹ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ ਤੇ ਉਹ ਰੱਖ ਕੇ ਫਿਰ ਇਹਨਾਂ ਨੇ ਜਾਣੀ ਕਿ ਹੋਰ ਮੈਨੂੰ ਲੱਗਿਆ ਵੀ ਗੇਮ ਹੋਰ ਹੀ ਖੇਡਦੇ ਪਏ, ਕੋਈ ਹੋਰ ਚਾਲ ਖੇਡਦੇ ਪਏ। ਮੈਨੂੰ ਤਾਂ ਕਰਕੇ ਫਿਰ ਮੈਂ ਕਿਹਾ ਮੈਨੂੰ ਕਾਗਜ਼ ਵਾਪਸ ਦਿੱਤਾ। ਸਿੰਘ ਸਾਹਿਬ ਦੇ ਸਾਹਮਣੇ ਹੀ ਕਿਹਾ ਮੈਨੂੰ, ਕਹਿੰਦਾ ਮੈਨੇਜਰ ਸਾਹਿਬ ਕਹਿੰਦੇ ਵੱਡੇ ਮੈਨੇਜਰ ਸਾਹਿਬ ਕਹਿੰਦੇ ਮੈਂ ਪਾੜ ਦੂੰਗਾ। ਮੈਂ ਕਿਹਾ ਜੀ ਚਲੋ ਗੱਲਾਂ ਹੋਰ ਹੋਈਆਂ, ਥੋੜ੍ਹੀਆਂ ਗੱਲਾਂ ਹੋਣ ਤੋਂ ਬਾਅਦ ਮੈਨੇਜਰ ਸਿੰਘ ਸਾਹਿਬ ਜੀ ਕਹਿੰਦੇ ਵੀ ਜਾ ਕੇ ਆਪਣਾ ਤੰਦਰੁਸਤੀ ਦਾ ਬਣਾ ਕੇ ਲਿਆ ਆਪਣਾ ਸਰਟੀਫਿਕੇਟ। ਮੈਂ ਕਿਹਾ ਜੀ ਮੈਂ ਤੰਦਰੁਸਤੀ ਦਾ ਸਰਟੀਫਿਕੇਟ ਕਿਉਂ ਬਣਾ ਕੇ ਲਿਆਵਾਂ? ਕਹਿੰਦੇ ਵੀ ਤੂੰ ਉੱਪਰ ਤੱਕ ਸਾਹਿਬ ਤੇ ਕੋਈ ਮਰਜ਼ਾਦਾ ਭੰਗ ਕਰ ਸਕਦਾ। ਮੈਂ ਕਿਹਾ ਜੀ ਇੰਨੇ ਮੁਲਾਜ਼ਮ ਵੀ ਹੋਰ ਵੀ ਇੰਨੀਆਂ ਜ਼ਿਆਦਾ ਵੱਡੀਆਂ ਬਿਮਾਰੀਆਂ ਦੇ ਤਹਿਤ ਉੱਪਰ ਡਿਊਟੀਆਂ ਕਰਦੇ ਮਰੀਜ਼ ਹੈਗੇ, ਉਹ ਡਿਊਟੀਆਂ ਕਰਦੇ ਨਿਭਾਉਂਦੇ। ਤੁਹਾਨੂੰ ਇਤਰਾਜ਼ ਕੀ ਸੀ? ਤੁਸੀਂ ਬਣਾ ਕੇ ਤਾਂ ਦੇ ਸਕਦੇ ਸੀ ਤੰਦਰੁਸਤੀ ਦਾ, ਜੇ ਉਹਦੇ ਨਾਲ ਗੱਲ ਨਿਬੜਦੀ ਸੀ। ਤੁਸੀਂ ਤਾਂ ਆਪਣਾ ਪੱਖ ਹੀ ਰੱਖਣਾ ਸੀ ਜੀ, ਤੁਸੀਂ ਬਣਾ ਕੇ ਕਿਉਂ ਨਹੀਂ ਦਿੱਤਾ? ਉਹ ਇਸ ਕਰਕੇ ਕਿ ਮੈਂ ਇਹ ਚਾਹੁੰਦਾ ਸੀ ਵੀ ਘਟਨਾ ਕਿਹੜੀ ਹੈ, ਘਟਨਾ ਬਾਥਰੂਮ ਨਾ ਜਾਣ ਦੀ ਹੈ। ਇਹ ਗੱਲ ਕਿੱਥੇ ਆ ਗਈ? ਇਹ ਗੱਲ ਤੁਸੀਂ ਆਪ ਸੋਚੋ ਕਿੱਥੇ ਆ ਗਈ ਗੱਲ?
ਬਾਥਰੂਮ ਤਾਂ 19 ਦੀ ਘਟਨਾ ਹੈਗੀ ਹੈ, ਤੁਸੀਂ 28 ਨੂੰ ਮੈਨੂੰ ਗੱਲ ਕਰਦੇ ਹੋ। ਇਹ ਤੇ 10-15 ਸਾਲ 26 ਸਾਲ ਜਿਹੜੇ ਮੈਂ ਡਿਊਟੀ ਤੇ ਇੱਥੇ ਗੁਜ਼ਾਰਿਆ, ਕਿ ਉਹ ਸਬੂਤ ਨਹੀਂ ਹੈਗੇ ਇਸ ਗੱਲ ਦੇ ਕਿ ਮੇਰਾ ਇਲਾਕਾ ਸਬੂਤ ਨਹੀਂ ਹੈਗਾ, ਮੇਰਾ ਸ਼ਹਿਰ ਵਾਸੀ ਨਹੀਂ ਦੱਸਦੇ ਵੀ ਇਹਦੀ ਪ੍ਰੋਬਲਮ ਹੈ। ਕੋਈ ਵੀ ਦੱਸੇ ਮੇਰੇ ਆ ਕੇ ਇੱਥੇ ਖੜੇ ਕਿ ਮੈਂ ਕਿਸੇ ਨਾਲ ਇੱਦਾਂ ਕੋਈ ਗਲਤ ਕੀਤੀ ਹੋਵੇ ਜਾਂ ਕੋਈ ਮੇਰੇ ਦੇ ਨਾਲ ਇੱਦਾਂ ਵਾਰਦਾਤ ਹੋਈ ਹੋਵੇ ਵੀ ਨਰਵਸ ਸਿਸਟਮ ਬਹੁਤ ਵੀਕ ਹੈ ਤੇ ਸ਼ੂਗਰ ਦੇ ਤੌਰ ਤੇ ਵੀ ਇਹ ਅਪਾਹਿਜ ਹੈਗਾ ਕੋਈ। ਉਸ ਵਜੋਂ ਤੁਸੀਂ ਨਹੀਂ ਦਿੱਤਾ ਉਹ ਬਣਾ ਕੇ ਸਰਟੀਫਿਕੇਟ? ਹਾਂ, ਮੈਂ ਇਹ ਚਾਹੁੰਦਾ ਸੀ ਵੀ ਇਹ ਗੱਲਾਂ ਹੋਰ ਪਾਸੇ ਕਿਉਂ ਲੈ ਕੇ ਜਾਂਦੇ ਵੀ 19 ਦੀ ਘਟਨਾ ਦਾ ਜਵਾਬ ਕਿਉਂ ਨਹੀਂ ਦੇ ਰਹੇ, 19 ਦੀ ਘਟਨਾ ਦਾ ਮਾਫੀ ਕਿਉਂ ਨਹੀਂ ਮੰਗਦੇ ਹੈ। 19 ਦੀ ਘਟਨਾ ਦਾ ਵੀ 21 ਨੂੰ ਮੇਰੇ ਕੋਲ ਕਾਗਜ਼ ਲਿਖਾ ਲਿਆ ਜੀ, ਦੇਖੋ 21 ਦਾ ਮੈਂ ਅਖਬਾਰ 'ਚ ਦਿੱਤਾ ਸੀ, 21 ਦਾ ਪ੍ਰਤੀਕਰਮ ਦੇ ਰਹੇ ਆ ਉੱਥੇ ਮੈਨੇਜਰ ਸਾਹਿਬ ਵੀ ਇਹਦਾ ਉਹ ਹੈ ਵੀ 19 ਦੀ ਘਟਨਾ ਦਾ ਕਿਹਨੇ ਜਵਾਬ ਦੇਣਾ ਹੈ। 19 ਦੀ ਘਟਨਾ ਜਵਾਬ ਦੇਣ, 21 ਦੀ ਘਟਨਾ ਦਾ ਮੈਂ ਜਿਹੜੀ ਮੇਰੀ ਗੋਲ ਗਿਣਤੀ ਦੇ ਕਾਗਜ਼ ਤੋਂ ਲੈਣ ਤੋਂ ਬਾਅਦ ਇਹਨਾਂ ਨੇ ਹੋਰ ਮਨਸੂਬੇ ਬੁਣ ਲਏ ਆਪਣੇ, ਤੇ 19 ਦੀ ਘਟਨਾ ਦਾ ਜਵਾਬ ਕੌਣ ਦਊ? ਇਸ ਤੋਂ ਬਾਅਦ ਵੀ ਤਾਂ ਉੱਪਰ ਅਧਿਕਾਰੀ ਸੀ, ਕਮੇਟੀ ਦੇ ਅੱਗੇ ਦਫ਼ਤਰ ਆ, ਪ੍ਰਧਾਨ ਸਾਹਿਬ ਹੈਗੇ, ਉਹਨਾਂ ਤੱਕ ਦਲੀਲਾਂ ਪੀਲਾਂ ਬਹੁਤ ਕੁਝ ਚੱਲ ਸਕਦਾ ਸੀ। ਅਸਤੀਫਾ ਤੁਸੀਂ ਫਿਰ ਆਪ ਦਿੱਤਾ, ਇੱਥੇ ਦੇ ਕੇ ਗਏ ਹੋ ਜਾਂ ਕਿੱਦਾਂ ਰਹਿੰਦਾ ਸਾਰਾ ਕੁਝ? ਦੇਖੋ ਜੀ, ਜਦ ਥੱਲੇ ਵਾਲੇ ਬੰਦੇ ਨਾ ਸੁਣਨ, ਇੱਥੇ ਸੁਣਨਾ ਹੁੰਦਾ। ਜੇ ਇੱਥੇ ਵਾਲਿਆਂ ਨੇ ਸੁਣਨ, ਉੱਪਰ ਵਾਲਿਆਂ ਨੇ ਕੋਈ ਮੇਰੀ ਨਹੀਂ ਸੁਣਨੀ, ਉਹਨਾਂ ਨੇ ਇਹਨਾਂ ਦੀ ਗੱਲ ਪੁੱਛਣੀ, ਇਹਨਾਂ ਕੋਲ ਸਾਰਾ ਸੁਣਨੀ, ਉੱਪਰ ਵਾਲਿਆਂ ਨੇ ਕੋਈ ਗੱਲ ਨਹੀਂ ਸੁਣਨੀ। ਮੈਂ ਸੋਚਦਾ ਸੀ ਵੀ ਇੱਥੇ ਮੈਨੇਜਮੈਂਟ ਤੇ ਸਿੰਘ ਸਾਹਿਬ ਜੀ ਆਪਣੀ ਗੱਲ ਨਿਬੇੜ ਸਕਦੇ ਨੇ ਇੱਥੇ, ਪਰ ਮੈਨੂੰ ਲੱਗਿਆ ਵੀ ਗੱਲ ਨਿਬੇੜਦੇ ਨਹੀਂ ਪਏ, ਗੱਲ ਹੋਰ ਪਾਸੇ ਲੈ ਕੇ ਜਾ ਰਹੇ। ਗੱਲ ਤਾਂ ਬਾਥਰੂਮ ਤੁਸੀਂ ਰੋਕਿਆ ਮੈਨੂੰ, ਬਾਥਰੂਮ ਮੇਰੀ ਇੱਥੇ ਨਿਰਾਦਰੀ ਹੋਈ, ਉਸ ਗੱਲ ਤੇ ਤਾਂ ਆਉਂਦੇ ਨਹੀਂ ਸੀਗੇ, ਤੇ ਗੱਲ ਇਸ ਕਰਕੇ ਵੀ ਮੈਂ ਉੱਪਰ ਗੱਲ ਕਰਨੀ ਚੰਗੀ ਨਹੀਂ ਸਮਝੀ। ਮੈਂ ਕਿਹਾ ਵੀ ਇੱਥੇ ਸਿੰਘ ਸਾਹਿਬ ਜੀ ਤੇ ਆਪਣੀ ਮੈਨੇਜਮੈਂਟ 'ਚ ਗੱਲ ਨਿਬੇੜ ਲਵਾਂ, ਪਰ ਮੈਨੂੰ ਲੱਗਿਆ ਵੀ ਇਹਨਾਂ ਦਾ ਜਿਹੜਾ ਕਹਿੰਦੇ ਪ੍ਰਬੰਧਕੀ ਢਾਂਚਾ ਹੈ, ਇਹ 'ਚ ਬਹੁਤ ਕਮੀਆਂ ਨੇ। ਤੇ ਬਹੁਤ ਸਾਰੇ ਹੋਰ ਜਿਹੜੇ ਤੁਹਾਡੇ ਨਾਲ ਸਹਿ ਕਰਮਚਾਰੀ ਹੋਣੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਨਾਲ ਨਹੀਂ ਬੋਲਦਾ, ਫਿਰ ਨਾਲ ਕਿਉਂ ਨਹੀਂ ਆਉਂਦੇ ਤੁਹਾਡੇ ਜਿਹੜੇ ਹੈਗੇ ਹੋਰ ਕਰਮਚਾਰੀ ਜਿਹੜੇ? ਉਹ ਕਰਮਚਾਰੀ ਜੀ ਸਾਰੇ ਆਪਣੀਆਂ ਡਿਊਟੀਆਂ ਕਰਨੇ ਚਾਹੁੰਦੇ ਜੀ। ਅੱਜ ਕੱਲ੍ਹ ਦਾ ਸਮਾਂ ਬਹੁਤ ਔਖਾ ਸਮਾਂ ਹੈ ਜੀ, ਹਰ ਕੋਈ ਆਪਣੀ ਡਿਊਟੀ ਬਚਾਉਣਾ ਚਾਹੁੰਦਾ ਜੀ, ਤੇ ਕੋਈ ਨਹੀਂ ਚਾਹੁੰਦਾ ਕਿ ਸਾਡੀ ਡਿਊਟੀ ਪ੍ਰਬੰਧਕਾਂ ਨਾਲ ਸਾਡੀ ਅਣਬਣ, ਯਾਨੀ ਕਿ ਅਸੀਂ ਨਿਗਾਹ 'ਚ ਆਈਏ ਕੋਈ ਗੱਲ ਦੇ ਤਹਿਤ, ਤੇ ਹਰ ਕੋਈ ਚਾਹੁੰਦਾ ਵੀ ਅਸੀਂ ਡਿਊਟੀ ਕਰੀਏ, ਕਿਉਂਕਿ ਅੱਜ ਕੱਲ੍ਹ ਦੀ ਬੇਰੁਜ਼ਗਾਰੀ ਬਹੁਤ 8-8 10-10 ਹਜ਼ਾਰ ਨੂੰ ਲੱਗੇ ਹੋਏ ਬਹੁਤ ਜ਼ਿਆਦਾ ਜਾਣੇ। ਤੁਹਾਡਾ ਇੱਕ ਨਾਲ ਹੀ ਇਸ ਤਰ੍ਹਾਂ ਹੋਇਆ ਜਾਂ ਕਦੀ ਹੋਰ ਵੀ ਕਿਸੇ ਨਾਲ ਇਸ ਤਰ੍ਹਾਂ ਹੋਇਆ? ਇਹ ਅਕਸਰ ਕਿਉਂਕਿ ਦਰਬਾਰ ਸਾਹਿਬ ਦੇ ਅਸੀਂ ਰਾਗੀ ਸਿੰਘਾਂ ਦੀ ਵੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਖੁੱਲ੍ਹ ਕੇ ਬੋਲੇ ਆ ਬਾਹਰ ਆ ਕੇ, ਜਿਨ੍ਹਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਨਾਲ ਉੱਥੇ ਧੱਕਾ ਕੀਤਾ ਜਾਂਦਾ ਹੈ। ਕਈ ਗ੍ਰੰਥੀ ਸਿੰਘਾਂ ਨੇ ਵੀ ਬਾਹਰ ਆ ਕੇ ਧਰਨੇ ਪ੍ਰਦਰਸ਼ਨ ਕੀਤੇ, ਗੱਲਾਂ ਨਿਕਲ ਕੇ ਬਾਹਰ ਆਉਂਦੀਆਂ। ਇਸ ਸਥਾਨ ਦੀ ਜੇ ਗੱਲ ਕਰੀਏ ਤਾਂ ਕੋਈ ਬੋਲਣਾ ਤੁਹਾਡੇ ਨਾਲ ਭਾਵੇਂ ਨਹੀਂ ਖੜੇ ਆ ਕੇ, ਤੁਸੀਂ ਕੀ ਸਮਝਦੇ ਹੋ ਕਿ ਤੁਹਾਡੇ ਨਾਲ ਹੀ ਇਸ ਤਰ੍ਹਾਂ ਹੋਇਆ ਜਾਂ ਰੂਟੀਨ 'ਚ ਇਸ ਤਰ੍ਹਾਂ ਹੁੰਦਾ ਰਹਿੰਦਾ? ਘਟਨਾਵਾਂ ਤਾਂ ਹੁੰਦੀਆਂ ਰਹਿੰਦੀਆਂ ਜੀ, ਪਰ ਕੁਝ ਬੰਦੇ ਨੂੰ ਲਾਲਚ ਦੇ ਕੇ ਜਾਂ ਪ੍ਰਬੰਧ ਦੇ ਅਧੀਨ ਵਿਸ਼ਵਾਸ ਦਵਾ ਕੇ ਉਹਨੂੰ ਵਾਪਸ ਲਿਆਇਆ ਜਾਂਦਾ, ਅਗਲੇ ਵੀ ਵਾਪਸ ਆ ਜਾਂਦੇ ਨੇ, ਕਿਉਂਕਿ ਅਗਲੇ ਸਵੈਮਾਨ ਦੀ ਗੱਲ ਨਹੀਂ ਕਰਦੇ। ਮੈਂ ਸਵੈਮਾਨ ਦੀ ਗੱਲ ਕੀਤੀ ਹੈ ਜੀ, ਸਾਰੇ ਢਾਂਚੇ ਆਪਣੇ ਰਾਗੀ ਢਾਂਚੇ ਦੀ ਗੱਲ ਕੀਤੀ ਹੈ, ਇਹਨਾਂ ਦੇ ਪ੍ਰਬੰਧਕੀ ਬੁਰੇ, ਇਹਨਾਂ ਦਾ ਗਲਤ ਪ੍ਰਬੰਧਕੀ ਢਾਂਚੇ ਦੀ ਗੱਲ ਕੀਤੀ ਹੈ, ਉਹ ਕੋਈ ਨਹੀਂ ਕਰਦਾ ਜੀ ਇੱਦਾਂ। ਤੇ ਗੱਲ ਰਹੀ ਦਰਬਾਰ ਸਾਹਿਬ ਦੀ, ਦਰਬਾਰ ਸਾਹਿਬ ਇੱਕ ਬਣੀ ਹੋਈ ਇਹਨਾਂ ਦੀ ਕਿਆ ਕਹਿੰਦੇ ਜੀ, ਹਾਂ ਨਹੀਂ ਸਟਾਫ ਫੋਰਸ ਨਹੀਂ, ਉਹਨਾਂ ਦੀ ਯੂਨੀਅਨ ਬਣੀ ਹੋਈ ਜਾਣਕਾਰੀ, ਹਾਂ ਰਾਗੀ ਸਿੰਘਾਂ ਦੀ ਪ੍ਰਧਾਨ ਆਪਣਾ ਉਹਨਾਂ ਦਾ ਸਹਾਇਕ ਸਾਰਾ ਕੁਛ ਹੈਗਾ। ਇੱਥੇ ਕਦੇ ਬਣ ਨਹੀਂ ਦਿੱਤੀ, ਨਾ ਇੱਥੇ ਬਣੀ ਹੈ, ਨਾ ਇੱਥੇ ਕਿਸੇ ਕੋਲ ਹਿੰਮਤ ਹੋਈ ਵੀ ਇੱਥੇ ਆ ਕੇ ਕੋਈ ਇੱਦਾਂ ਗੱਲ ਕਰੇ, ਤੇ ਉਹ ਆਪਣੀ ਆਜ਼ਾਦ ਹੋ ਕੇ ਗੱਲ ਕਰ ਸਕਦੇ ਆ। ਪਰ ਮੈਂ ਆਪਣੇ ਸਤਿਗੁਰੂ ਜੀ ਦੇ ਅੱਗੇ, ਕਿਉਂਕਿ ਸਾਨੂੰ ਸਤਿਗੁਰੂ ਜੀ ਨੇ ਹੀ ਸਮਝਾਇਆ ਡਰਨਾ ਨਹੀਂ, ਨਾ ਡਰਾਉਣਾ, ਤੇ ਆਪਣੇ ਸਵੈਮਾਨ ਨੂੰ ਕਾਇਮ ਰੱਖਣਾ। ਮੈਂ ਉਹਨਾਂ ਗੱਲਾਂ ਤੇ ਨਿਰਧਾਰਤ ਹੋ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ, ਅਰਦਾਸ ਬੇਨਤੀ ਕਰਕੇ ਅਸਤੀਫਾ ਦਿੱਤਾ ਹੈ, ਤੇ ਮੈਂ ਨਹੀਂ ਡਰਦਾ ਇਸ ਗੱਲ ਤੋਂ। ਮੈਂ ਕਿਹਾ ਕੋਈ ਜੋ ਮਰਜ਼ੀ ਹੋਵੇ, ਗੱਲ ਸੱਚਾਈ ਦੀ ਮੈਂ ਬਾਹਰ ਮੀਡੀਆ ਦੁਆਰਾ ਕੱਢਾਂਗਾ। ਸੰਗਤ ਦੀ ਰੂਪ ਦੇ ਵਿੱਚ ਜਿੱਦਾਂ ਕਿਸੇ ਗ੍ਰੰਥੀ ਸਿੰਘ ਜਾਂ ਹੋਰ ਸਤਿਕਾਰਤ ਅਹੁਦਿਆਂ ਦੇ ਉੱਤੇ ਹੈਗੇ ਆ, ਅਕਸਰ ਗ੍ਰੰਥੀ ਸਿੰਘ ਲਾ ਲਓ ਜਾਂ ਰਾਗੀ ਸਿੰਘ ਬਹੁਤ ਸਤਿਕਾਰਯੋਗ ਅਹੁਦੇ ਹੈਗੇ ਆ ਗੁਰੂ ਘਰ ਦੇ, ਤਾਂ ਉਹਨਾਂ ਦੇ ਨਾਲ ਸ਼ਬਦੀ ਤੌਰ ਤੇ ਕੋਈ ਤੂੰ ਤਲਖੀ ਤਾਂ ਨਹੀਂ ਕੋਈ ਹੁੰਦੀ, ਕੋਈ ਅਜਿਹੀ ਗੱਲ ਜਿਹੜੀ ਹੈਗੀ ਹੈ? ਇਸ ਤੋਂ ਇਲਾਵਾ ਪ੍ਰਬੰਧ ਦੇ ਵਿੱਚ ਕੋਈ ਵੱਡੇ ਅਧਿਕਾਰੀ ਅਜਿਹਾ ਉਹਨਾਂ ਦਾ ਮਾਣ ਸਨਮਾਨ ਠੇਸ ਪਹੁੰਚਾਉਂਦੇ ਹੋਵੇ ਜਿਹੜੀ ਗੱਲ? ਨਹੀਂ, ਹੋ ਜਾਂਦੀਆਂ ਗੱਲਾਂ ਜੀ, ਸਾਰੇ ਸੁਣ ਲੈਂਦੇ ਆ ਪਰ ਸਹਿ ਲੈਂਦੇ ਨਹੀਂ, ਕੋਈ ਨਹੀਂ ਗੱਲ ਕਰ ਸਕਦਾ। ਅੱਜ ਮੈਂ ਦੇਖਿਆ ਨਹੀਂ, ਮੈਨੂੰ 26 ਸਾਲ ਹੋ ਗਏ ਇੱਥੇ ਜੀ, ਮੇਰੀ ਦਾੜੀ ਨਹੀਂ ਆਈ ਸੀ ਹਜੇ, ਤੇ ਹੁਣ ਦਾੜਾ ਐਡਾ ਪ੍ਰਕਾਸ਼ ਹੋ ਗਿਆ। 10 ਸਾਲ ਮੇਰੇ 8-10 ਸਾਲ ਰਹਿ ਗਏ ਰਿਟਾਇਰਮੈਂਟ ਨੂੰ। ਕਿੰਨੀ ਸੈਲਰੀ ਤੇ ਤੁਸੀਂ ਸ਼ੁਰੂ ਕੀਤੀ ਸੀ ਇੱਥੇ ਸੇਵਾ? ਮੈਂ ਇੱਥੇ ਜੀ 94 ਤੋਂ ਡਿਊਟੀ ਸ਼ੁਰੂ ਕੀਤੀ। ਮੈਂ 91 ਤੋਂ 94 ਤਲਵੰਡੀ ਸਾਬੋ ਤੋਂ ਕੋਰਸ ਕਰਕੇ ਸ਼੍ਰੋਮਣੀ ਕਮੇਟੀ ਅਧੀਨ ਅਦਾਰੇ ਤੋਂ, ਤੇ ਇੱਥੇ 94 ਤੋਂ ਡਿਊਟੀਆਂ ਸ਼ੁਰੂ ਕਰਤੀਆਂ ਸੀ। ਜੀ 30 ਰੁਪਏ ਤੋਂ ਡਿਊਟੀ ਸ਼ੁਰੂ ਕੀਤੀ ਸੀ, ਅੱਜ ਮੈਂ 40 ਦੇ ਕਰੀਬ ਡਿਊਟੀ ਛੱਡ ਰਿਹਾ। 40,000 ਦੇ ਕਰੀਬ? 40,000 ਦੀ ਡਿਊਟੀ ਛੱਡ ਰਿਹਾ। ਸਾਰੇ ਮੈਨੂੰ ਕਹਿ ਰਹੇ ਸੀ ਵੀ ਡਿਊਟੀ ਨਹੀਂ ਛੱਡਣੀ ਚਾਹੀਦੀ, ਸਾਨੂੰ ਕੋਈ ਹੋਰ ਹਾਲ ਕਰਨਾ ਚਾਹੀਦਾ। ਮੈਂ ਇਹਨਾਂ ਨੂੰ 5 ਨੁਕਤੇ ਦੱਸੇ ਸੀ ਵੀ ਮੈਂ ਘੱਟੋ ਘੱਟ ਵੀ ਉਹਨਾਂ ਨੁਕਤਿਆਂ 'ਤੇ ਮੈਂ ਡਿਊਟੀ 'ਤੇ ਆ ਸਕਦਾ, ਜਿਵੇਂ ਕਿ ਪਹਿਲੇ ਦੋਵੇਂ ਦੋਸ਼ੀ ਅਵਤਾਰ ਸਿੰਘ ਤੇ ਉਸ ਇੰਸਪੈਕਟਰ ਨੂੰ ਲਿਖਤੀ ਮਾਫੀ ਮੰਗਣੀ ਚਾਹੀਦੀ। ਇਹ ਕਹਿੰਦੇ ਲਿਖਤੀ ਮਾਫੀ ਨਹੀਂ ਮੰਗਾਂਗੇ, ਅਸੀਂ ਕਮਰੇ 'ਤੇ ਬਿਠਾ ਕੇ ਤੈਨੂੰ ਮਾਫੀ ਮੰਗਵਾ ਲੈਂਦੇ ਹਾਂ। ਮੈਂ ਕਿਹਾ ਨਹੀਂ ਜੀ, ਜਦੋਂ ਅਸੀਂ ਗਲਤੀ ਕਰਦੇ ਹਾਂ ਅਸੀਂ ਲਿਖਤੀ ਦਈਏ ਤਾਂ ਸਾਡੀਆਂ ਫਾਈਲਾਂ 'ਚ ਲੱਗਦਾ ਹੈ, ਤਾਂ ਤੁਸੀਂ ਵੱਡੇ ਅਧਿਕਾਰੀ ਹੋ, ਤੁਹਾਨੂੰ ਲਿਖਤੀ ਦੇਣਾ ਹੀ ਚਾਹੀਦਾ। ਤੁਸੀਂ ਕਿਹੜੀ ਗਲਤੀ ਕਰਦੇ ਆ?
ਮਤਲਬ ਮੁਲਾਜ਼ਮ ਕਰਦਾ ਜਾਂ ਤੁਸੀਂ ਤੁਹਾਡੀ ਵੀ ਕੋਈ ਪਹਿਲਾਂ ਇਦਾਂ ਦੀ ਰਹੀ ਆ ਜੇ ਕਿਉਂਕਿ ਬਾਅਦ ਵਿੱਚ ਅਗਲੇ ਨੂੰ ਕੋਈ ਇਲਜ਼ਾਮ ਨਾ ਲਾਉਣ, ਮੈਂ ਇਸ ਕਰਕੇ ਪੁੱਛ ਰਿਹਾ। ਨਹੀਂ ਜੀ, ਗੱਲਾਂ ਛੋਟੀਆਂ ਮੋਟੀਆਂ ਹੁੰਦੀਆਂ। ਸਾਡੇ ਕੋਲ ਕੋਈ ਵੀ ਦੌਰਾਨ ਕੋਈ ਗਲਤੀ ਹੋ ਜਾਂਦੀ, ਜੇ ਟਾਈਮ ਕੁਝ ਇਦਾਂ ਹੋਰ ਕੋਈ ਗਲਤੀ ਹੋ ਜਾਂਦੀ, ਉਹ ਤਾਂ ਸਮੇਂ ਦੀ ਵੱਧ ਘਾਟ ਹੋ ਜਾਏ ਜੀ। ਹਾਂ, ਜੇ ਕੁਝ ਵੀ ਗੱਲ ਹੋ ਜਾਵੇ ਤਾਂ ਉਹ ਤਾਂ ਲਿਖਤੀ ਤੌਰ ਤੇ ਲਿਆ ਜਾਂਦਾ ਸਾਡੇ ਕੋਲ, ਤੇ ਸਾਨੂੰ ਐਬਸੈਂਟ ਵੀ ਲਾਈ ਜਾਂਦੀ, ਸਾਡੇ ਹੋਰ ਵੀ ਰਸੀਦ ਵੀ ਕੱਟੀ ਜਾਂਦੀ ਪੈਸਿਆਂ ਦੀ ਸਾਡੀ, ਤੇ ਉਹ ਇਹ ਇਦਾਂ ਡੰਨ ਲਾਉਂਦੇ ਨੇ ਸਾਨੂੰ। ਤੇ ਜਦੋਂ ਆਪਣੀ ਕੋਈ ਗਲਤੀ ਹੁੰਦੀ, ਐਡਾ ਵੱਡਾ ਬੰਦਾ ਉਹਦੇ ਤੇ ਬੈਠ ਕੇ ਐਡੀ ਵੱਡੀ ਗਲਤੀ ਕਰੇ, ਔਰ ਮੇਰੇ ਮਾਨ ਸਨਮਾਨ ਦੇ, ਰਾਗੀਆਂ ਦੇ ਮਾਨ ਸਨਮਾਨ ਦੇ, ਤਖਤ ਸਾਹਿਬ ਦੇ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ, ਇਹ 6 ਸ਼ਬਦਾਂ ਦਾ ਕੋਈ ਮੁੱਲ ਨਹੀਂ ਰੱਖਦਾ ਇਹ ਪ੍ਰਬੰਧ? ਕਿਉਂ ਨਹੀਂ ਰੱਖਦਾ 6 ਸ਼ਬਦਾਂ ਦਾ ਮੁੱਲ? ਸਾਰੀ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਲੋਕ ਸਾਨੂੰ ਝੁਕ ਮੱਥੇ ਟੇਕਦੇ ਨੇ, ਤੇ ਕਿਉਂ ਟੇਕਦੇ ਨੇ? ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਲੱਗਿਆ ਹੈ। ਇਹ 6 ਸ਼ਬਦ ਦਾ ਬਹੁਤ ਮੁੱਲ ਹੈ, ਪਰ ਐਸਜੀਪੀਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਇਸ 6 ਸ਼ਬਦਾਂ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ, ਸਾਡੇ ਸਵੈਮਾਨ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ। ਸੋ ਇਹੀ ਕਾਰਨ ਆ ਜਿਹੜੇ ਹੁਣ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ, ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਮੁਨਕਰ ਹੋ ਰਹੇ ਆ ਸਿੱਖੀ ਤੋਂ, ਬਹੁਤ ਸਾਰੇ ਧਰਮ ਪਰਿਵਰਤਨ ਦੀਆਂ ਗੱਲਾਂ ਹੁੰਦੀਆਂ, ਲੋਕ ਵੀ ਛੱਡ ਕੇ ਜਾ ਰਹੇ ਆ। ਇਹਨਾਂ ਚੀਜ਼ਾਂ ਦਾ ਕਿਤੇ ਲੱਗਦਾ ਤੁਹਾਨੂੰ ਵੀ ਇਹ ਚੀਜ਼ਾਂ ਦਾ ਵੀ ਰੋਲ ਹੈਗਾ ਉਹਦੇ ਵਿੱਚ? ਹਾਂਜੀ, ਇਹਨਾਂ ਦਾ ਤੇ ਕਿਤੇ ਨਾ ਕਿਤੇ ਤਾਂ ਅਸਰ ਪੈਂਦਾ ਹੀ ਹੈਗਾ, ਪਰ ਹੋਰ ਕਾਰਨ ਵੀ ਹੈਗੇ, ਪਰ ਇਹ ਵੀ ਹੈਗਾ। ਪਰ ਸਾਡੇ ਹੁਣ ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਰਾਗੀ ਸਿੰਘ ਬਣਨ। ਇੱਥੇ ਇੰਨੇ ਰਾਗੀ ਸਿੰਘ ਹੈ ਕਿ ਜੇ 10 11 26 ਸਾਲ ਤੋਂ 11 ਸਾਢੇ 11 ਹਜ਼ਾਰ ਤਨਖਾਹ ਹੈ। ਕਈ ਰਾਗੀ ਨੂੰ ਕਈ ਪ੍ਰੋਬਲਮਸ ਨਹੀਂ ਹੈ, ਪ੍ਰੋਬਲਮ ਹੈਗੀ, ਮੁਸ਼ਕਲਾਂ ਆਉਂਦੀਆਂ। ਕਈ ਤਾਂ ਜਿਹਨਾਂ ਕੋਲ ਪੜ੍ਹਾਈ ਨਹੀਂ ਹੈਗੀ ਵਿਚਾਰੇ, ਉਹ ਸਾਰੀ ਉਮਰ ਹੀ 10 ਹਜ਼ਾਰ ਤੇ ਉਮਰ ਸਾਰੀ ਘਟ ਜਾਂਦੇ ਨੇ। ਉਹ ਕੀ ਹੈ? ਮਜਬੂਰੀਆਂ ਹੈ। ਇਹ ਸ਼ੋਸ਼ਣ ਹੋ ਰਿਹਾ ਹੈ, ਇਹ ਤਾਂ ਸ਼ੋਸ਼ਣ ਹੀ ਹੋ ਰਿਹਾ ਨਾ। ਇਦਾਂ ਦੀ ਕਈ ਮਜਬੂਰੀਆਂ, ਇਦਾਂ ਦੇ ਕਈ ਪੁਆਇੰਟ ਨੇ ਜਿਹਨੂੰ ਐਸਜੀਪੀਸੀ ਜਾਂ ਇਹ ਪ੍ਰਬੰਧਕ ਜਾਣੇ ਇਸ ਗੱਲਾਂ ਨੂੰ ਧਿਆਨ ਦੇਣ, ਤਾਂ ਕਿ ਇਹਨਾਂ ਦਾ ਕੁਝ ਹੋ ਸਕੇ। ਮੰਗ ਕੀ ਕਰਦੇ ਹੋ ਤੁਸੀਂ ਸਿੰਘ ਸਾਹਿਬ? ਮੰਗ ਕੀ ਹੈ ਤੁਹਾਡੀ? ਹੁਣ ਤੁਸੀਂ ਅਸਤੀਫਾ ਤਾਂ ਦੇ ਚੁੱਕੇ, ਮਨਜ਼ੂਰ ਹੋ ਚੁੱਕਿਆ ਉਹ? ਨਹੀਂ, ਮੈਨੂੰ ਇਹ ਦਫ਼ਤਰ ਵੱਲੋਂ ਕੋਈ ਇਤਲਾਹ ਨਹੀਂ ਹੋਈ। ਮੈਂ ਧਾਮੀ ਸਾਹਿਬ ਨੂੰ ਪੁੱਛਿਆ ਸੀ ਫੋਨ ਕਰਕੇ ਵੀ ਅਸਤੀਫਾ, ਕਹਿੰਦੇ ਅਸਤੀਫਾ ਤਾਂ ਤੇਰਾ ਮਨਜ਼ੂਰ ਹੀ ਹੈਗਾ। ਫਿਰ ਮੈਂ ਕਿਹਾ ਜੀ ਤੁਸੀਂ ਅਖਬਾਰ 'ਚ ਕਿਹਾ ਸੀਗਾ ਵੀ ਅਸੀਂ ਪੜਤਾਲ ਕਰਾਵਾਂਗੇ, ਤਾਂ ਤੁਸੀਂ ਪੜਤਾਲ ਨਹੀਂ ਕਰਨਗੇ। ਪੜਤਾਲ ਤੂੰ ਕਿਹੜਾ ਮੰਗ ਕੀਤੀ ਹੈ? ਤੂੰ ਤਾਂ ਆਪ ਅਸਤੀਫਾ ਦਿੱਤਾ। ਮੈਂ ਕਿਹਾ ਜਿਹੜੇ ਕਾਰਨ ਕਰਕੇ ਅਸਤੀਫਾ ਦਿੱਤਾ ਉਹਦੀ ਤਾਂ ਤੁਸੀਂ ਪੜਤਾਲ ਕਰਾਓ। ਤੇ ਨਹੀਂ ਜੀ, ਕੋਈ ਗੱਲ ਨਹੀਂ, ਅਸਤੀਫਾ ਨਹੀਂ, ਬਸ 2-4 ਗੱਲਾਂ ਕੀਤੀਆਂ, ਫੋਨ ਕੱਟਤਾ। ਹੁਣ ਮੰਗ ਕੀ ਹੈ ਤੁਹਾਡੀ? ਹੁਣ ਤਾਂ ਕੋਈ ਮੰਗ ਨਹੀਂ ਹੈਗੀ, ਬਸ ਮੈਂ ਜਿਹੜੀ ਸਾਰੀ ਘਟਨਾ ਚਿੱਕੇ ਇਹਨਾਂ ਨੇ ਅਖਬਾਰਾਂ 'ਚ ਪਹਿਲੇ ਮੈਂ ਗੱਲਾਂ ਕਹੀਆਂ ਸੀ ਮੀਡੀਆ ਦੁਆਰਾ, ਉਹ ਗੱਲਾਂ ਨੂੰ ਇਹਨਾਂ ਨੇ ਧੁੰਦਲਾ ਕਰਕੇ ਗਲਤ ਮਾਰਗ ਦੇ ਕੇ ਉਹਨੂੰ ਸੰਗਤਾਂ ਅੱਗੇ ਰੱਖਿਆ, ਧੁੰਦਲਾ ਕੀਤਾ। ਮੈਂ ਉਹਨਾਂ ਨੇ ਕਲੀਅਰੈਂਸ ਕਰਕੇ ਇਹ ਸੰਗਤਾਂ ਨੂੰ ਦੁਬਾਰਾ ਬੇਨਤੀ ਕੀਤੀ ਹੈ। ਸੰਗਤਾਂ ਅੱਗੇ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ? ਹਾਂਜੀ, ਇਹ ਮੈਂ ਮੀਡੀਆ ਦੁਆਰਾ ਸੰਗਤਾਂ ਅੱਗੇ ਪੱਖ ਰੱਖਿਆ, ਹੋਰ ਕੁਝ ਨਹੀਂ ਹੈਗਾ ਸੀ। ਸੋ ਬਿਲਕੁਲ, ਸੋ ਬਹੁਤ ਸਾਰੀ ਗੱਲਾਂ ਸਿੰਘ ਸਾਹਿਬ ਨੇ ਕਈਆਂ ਪ੍ਰਬੰਧ ਦੇ ਅੰਦਰ ਦੀਆਂ ਜਿਹੜੀਆਂ ਖਾਮੀਆਂ ਹੈਗੀਆਂ ਉਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਅਪਮਾਨ ਰਾਗੀ ਸਿੰਘਾਂ ਦਾ, ਜਿਨ੍ਹਾਂ ਦੀ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਰਿਸਪੈਕਟ ਹੋਣੀ ਚਾਹੀਦੀ ਸੀ, ਉਹਨਾਂ ਦਾ ਹੁੰਦਾ। ਸੋ ਇਹਨਾਂ ਦੇ ਇਲਜ਼ਾਮ ਆ। ਫਿਲਹਾਲ ਅਸੀਂ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਇਲਜ਼ਾਮਾਂ ਬਾਰੇ ਪ੍ਰਬੰਧਕਾਂ ਦਾ ਕੀ ਕਹਿਣਾ। ਹਾਂਜੀ, ਮੈਨੇਜਰ ਸਾਹਿਬ ਗੱਲ ਕਰ ਰਹੇ ਹੋ ਜੀ? ਕਿਸ ਗੱਲ? ਹਾਂਜੀ, ਮੈਂ ਸਤਨਾਮ ਸਿੰਘ ਗੱਲ ਕਰ ਰਿਹਾ ਜੀ, ਪੰਜਾਬੀ ਲੋਕ ਚੈਨਲ ਤੋਂ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀਰ ਮੇਰਿਆ। ਹਾਂਜੀ। ਮੰਨ ਲਓ ਜੇ ਮੈਂ ਤੁਹਾਨੂੰ ਫੋਨ ਲਾਵਾਂ, ਮੈਂ ਤੈਨੂੰ ਆਪ ਫੋਨ ਲਾਵਾਂ, ਹਾਂਜੀ, ਤੁਸੀਂ ਮੇਰਾ ਫੋਨ ਨਾ ਚੱਕੋ, ਤਾਂ ਮੇਰੇ ਮਨ 'ਚ 5-7 ਖਿਆਲ ਆਉਣਗੇ ਵੀ ਵੀਰ ਕਿਤੇ ਪਰੇਸ਼ਾਨ ਹੋਵੇ, ਅਰਦਾਸ ਵਿੱਚ ਨਾ ਹੋਵੇ, ਪੱਗ ਨਾ ਬੰਨ੍ਹਦਾ ਹੋਵੇ, ਦਵਾਈ ਨਾ ਲੈਂਦਾ ਹੋਵੇ। ਹਾਂਜੀ। ਤੇ ਬੰਦਾ ਨਾ ਹਮੇਸ਼ਾ ਜਦੋਂ ਇੱਕ ਵਾਰੀ ਫੋਨ ਕਰੋ 10 ਮਿੰਟ ਦਾ ਬਕਵਾ ਜ਼ਰੂਰ ਪਾ ਲਈਦਾ। ਮੈਂ ਛੁੱਟੀ ਪਰ ਮੈਂ ਮੋਟਰਸਾਈਕਲ ਤੇ ਪੋਤਾ ਮੇਰਾ ਮੂਹਰੇ ਬੈਠਾ ਹੈ, ਮੈਂ ਤੁਹਾਡਾ ਫੋਨ ਕੱਢਣ ਲੱਗਾ, ਮੈਂ ਗਰਜਨ ਦੀ ਮੋਟਰਸਾਈਕਲ ਤੋਂ, ਤੁਸੀਂ ਤੀਜੀ ਵਾਰ ਫੋਨ ਲਾਇਆ ਮੈਨੂੰ। ਚਲੋ ਇੱਕ ਵਾਰੀ ਹੁੰਦਾ ਵੀ 1-2 ਵਾਰੀ ਟਰਾਈ ਕਰਕੇ ਦੇਖ ਲੈਣਾ ਚਾਹੀਦਾ ਬੰਦੇ ਨੂੰ। ਨਹੀਂ, ਜੇ ਤੁਸੀਂ ਇੱਕ ਲੋਕ ਵੈਰ ਸੁਣੋ ਮੇਰੀ ਗੱਲ, ਜੇ ਤੁਸੀਂ ਅਰਦਾਸ ਵਿੱਚ ਖੜੇ ਹੋ, ਮੈਂ ਤੁਹਾਨੂੰ ਫੋਨ ਲਾਵਾਂ, ਤੁਸੀਂ ਨਾ ਚੱਕੋ, ਤੁਸੀਂ ਫਿਰ 2 ਮਿੰਟ ਕਿਵੇਂ ਚੱਕ ਲੈਣੇ ਹੋ? ਮੈਂ ਤਾਂ ਤੁਹਾਨੂੰ ਕਿਹਾ ਨਹੀਂ ਜੀ ਕਿ ਤੁਸੀਂ ਫੋਨ ਕਿਉਂ ਨਹੀਂ ਚੱਕਿਆ। ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਮੈਨੂੰ ਥੋੜਾ ਪਤਾ ਸਰ, ਤੁਸੀਂ ਮੋਟਰਸਾਈਕਲ ਤੇ ਹੋ ਜੀ ਯਾਰ, ਤੁਸੀਂ ਮੇਰੀ ਗੱਲ। ਹਾਂਜੀ, ਤੁਸੀਂ ਥਰਮੋਮੀਟਰ ਪਾਇਆ ਤਾਂ 2 ਮਿੰਟ ਬਾਅਦ ਡਾਕਟਰ ਥਰਮੋਮੀਟਰ ਕੱਢੂਗਾ ਨਾ। ਉਹ ਤੁਹਾਡੀ ਗੱਲ ਠੀਕ ਹੈ ਜੀ, ਮੈਨੂੰ ਥੋੜਾ ਪਤਾ ਤੁਸੀਂ ਮੋਟਰਸਾਈਕਲ ਤੇ ਤੁਸੀਂ ਨਹੀਂ ਚੱਕਦੇ ਫੋਨ, ਰੁੱਕ ਕੇ ਚੱਕ ਲੈਂਦੇ ਜੀ। ਯਾਰ ਮੈਨੂੰ ਤਾਂ ਮੇਰੇ ਤੂੰ ਗੱਲ ਨਹੀਂ ਸਮਝਿਆ। ਗੱਲ ਤਾਂ ਮੈਂ ਸਮਝ ਗਿਆ ਤੁਹਾਡੀ, ਪਰ ਤੁਸੀਂ ਮੇਰਾ ਮਤਲਬ ਇਹ ਹੈ ਚੱਲਦੇ ਜ਼ਰੂਰ ਚੱਕਣਾ ਸੀ ਜੀ ਫੋਨ, ਤੁਸੀਂ ਰੁੱਕ ਕੇ ਚੱਕ ਲੈਂਦੇ। ਜਾਨੇ ਕਰਨਾ ਜ਼ਰੂਰ ਹੈ। ਕਰਨਾ ਤਾਂ ਮੈਂ ਪੱਖ ਲੈਣਾ ਸੀ ਜੀ ਤੁਹਾਡਾ। ਯਾਰ ਮੈਂ ਨਹੀਂ ਪੱਖ ਦੇਣਾ ਤੈਨੂੰ ਕੋਈ ਵੀ, ਛੱਡ ਪਰੇ ਤੋਂ। ਚਲੋ ਠੀਕ ਹੈ ਜੀ, ਤੁਹਾਡੀ ਮਰਜ਼ੀ। ਮੈਂ ਖਬਰ ਚਲਾਣੀ ਹੈ ਜੀ, ਤੇਜਵੀਰ ਸਿੰਘ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ। ਸੋ ਮੈਨੇਜਰ ਸਾਹਿਬ ਨੇ ਸਾਫ਼ ਕਹਿ ਦਿੱਤਾ ਕਿ ਮੈਂ ਤੈਨੂੰ ਕੋਈ ਆਪਣਾ ਪੱਖ ਨਹੀਂ ਦੇਣਾ, ਕਿਉਂਕਿ ਅਸੀਂ ਮੈਨੇਜਰ ਸਾਹਿਬ ਨੂੰ ਕਾਲ ਕੀਤੀ ਹੈ। 2 ਵਾਰੀ ਕਾਲ ਕਰਨ ਤੋਂ ਬਾਅਦ ਜਦੋਂ ਉਹ ਕਾਲ ਚੱਕਦੇ ਨੇ ਤਾਂ ਉਹ ਕਹਿੰਦੇ ਕਿ ਤੁਸੀਂ ਮੈਨੂੰ ਮੋਟਰਸਾਈਕਲ ਤੋਂ ਡੇਗ ਦੇਣਾ ਸੀ, ਕਿਉਂਕਿ ਮੈਂ ਮੋਟਰਸਾਈਕਲ ਚਲਾ ਰਿਹਾ ਸੀ। ਖੈਰ ਉਹ ਇੱਕ ਉਹਨਾਂ ਦੀ ਅਲੱਗ ਗੱਲ ਹੈ, ਪਰ ਤੇਜਵੀਰ ਸਿੰਘ ਜੋ ਕਿ ਰਾਗੀ ਸਿੰਘ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਉਹਨਾਂ ਨੇ ਵੱਡੇ ਇਲਜ਼ਾਮ, ਜਿਹੜੇ ਗੰਭੀਰ ਇਲਜ਼ਾਮ ਵੀ ਨੇ, ਉਹ ਮੈਨੇਜਰ ਸਾਹਿਬ ਦੇ ਉੱਤੇ ਲਗਾਏ ਨੇ, ਪ੍ਰਬੰਧਾਂ ਦੇ ਉੱਤੇ ਲਗਾਏ ਨੇ ਕਿ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ, ਕਿ ਜਿਸ ਦੇ ਚੱਲਦਿਆਂ ਉਹਨਾਂ ਤੋਂ ਵੱਡੀ ਇੱਕ ਕੁਤਾਹੀ ਹੁੰਦੀ ਹੈ। ਪਰ ਕਮੇਟੀ ਨੇ ਆਪਣਾ ਪੱਖ ਨਹੀਂ ਦਿੱਤਾ, ਜਿਸ ਦੇ ਚੱਲਦਿਆਂ ਇਲਜ਼ਾਮ ਕਮੇਟੀ ਦੇ ਉੱਤੇ, ਅਧਿਕਾਰੀਆਂ ਦੇ ਉੱਤੇ, ਪ੍ਰਬੰਧਾਂ ਦੇ ਉੱਤੇ ਜਿਉਂ ਦੇ ਤਿਉਂ ਖੜੇ ਨੇ। ਪਰ ਕੀ ਪੱਖ ਹੈ
ਰਾਗੀ ਸਿੰਘ ਦਾ ਉਹ ਤੁਹਾਨੂੰ ਅਸੀਂ ਸੁਣਾ ਦਿੱਤਾ ਤੇ ਤੁਹਾਡੇ ਇਸ ਦੇ ਬਾਰੇ ਵਿੱਚ ਕੀ ਵਿਚਾਰ ਨੇ ਉਹ ਤੁਸੀਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਸਕਦੇ ਹੋ। ਸਤਨਾਮ ਸਿੰਘ, ਸ਼੍ਰੀ ਅਨੰਦਪੁਰ ਸਾਹਿਬ।